ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਦਾ ਰਾਤੋਂ ਰਾਤ ਲੱਗਣਾ। ਡੀਜੀਪੀ ਚਟੋਪਾਧਿਆਏ ਨੂੰ ਲਗਾ ਦਿੱਤਾ ਗਿਆ, ਇਕਬਾਲਪ੍ਰੀਤ ਸਿੰਘ ਸਹੋਤਾ ਵੀ ਕਾਰਜਕਾਰੀ ਸੀ ਤੇ ਇਹਨਾਂ ਨੂੰ ਵੀ ਕਾਰਜਕਾਰੀ ਲਾਇਆ ਗਿਆ। ਹਾਲਾਂਕਿ ਯੂਪੀਐਸਸੀ ਦਾ ਪੈਨਲ ਜਿਹੜਾ ਆ ਉਹ ਹਾਲੇ ਉਹਦੇ ਤੇ ਫਾਈਨਲ ਮੋਹਰ ਲੱਗਣੀ ਬਾਕੀ ਆ, ਉਹ ਮੀਟਿੰਗਾਂ ਹੋਣੀਆਂ। ਪਰ ਇੱਕ ਵਾਰ ਉਹ ਜੋ ਨਵਜੋਤ ਸਿੱਧੂ ਚਾਹੁੰਦੇ ਸੀ, ਏਜੀ ਵੀ ਉਹਨਾਂ ਦੇ ਮਨ ਦਾ ਤੇ ਡੀਜੀਪੀ ਵੀ ਉਹਨਾਂ ਦੇ ਮਨ ਦਾ, ਤਾਂ ਹੁਣ ਕੀ ਨਸ਼ਿਆਂ ਤੇ ਬੇਅਦਬੀ ਦੇ ਮਸਲਿਆਂ ਦੇ ਵਿੱਚ ਜਾਂ ਹੋਰ ਜਿੰਨੇ ਪੇਚੀਦਾ ਮਸਲੇ ਨੇ ਪੰਜਾਬ ਦੇ, ਰਿਸ਼ਵਤਖੋਰੀ ਦਾ ਵੀ ਉਹਦੇ ਵਿੱਚ ਵੱਡਾ ਆ ਜਾਂਦਾ ਹੈ ਕਿ ਕਿੱਦਾਂ ਭ੍ਰਿਸ਼ਟਾਚਾਰ ਦਾ ਤੰਤਰ ਚੱਲਦਾ ਹੈ। ਜਿਵੇਂ ਨਵਜੋਤ ਸਿੱਧੂ ਕਹਿੰਦੇ ਨੇ ਕਿ ਉੱਪਰ ਇਹ ਹੱਥ ਪਾਓ ਗਿੱਚੀ ਨੂੰ ਤੇ ਨੀਚੋਂ ਆਪਣੇ ਆਪ ਭ੍ਰਿਸ਼ਟਾਚਾਰ ਬੰਦ ਹੋ ਜਾਏਗਾ। ਕੀ ਇਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲੇਗਾ? ਨਾਲੋਂ ਨਾਲ ਸਵਾਲ ਇਹ ਵੀ ਆ ਕਿ ਕੀ ਵੱਡੇ ਮਗਰਮੱਛਾਂ ਨੂੰ ਹੁਣ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਏਗਾ? ਕਿਉਂਕਿ ਤਸੱਲੀ ਤਾਂ ਸਿਆਸਤ ਦੇ ਵਿੱਚ ਮੱਚੀ ਹੋਣੀ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਾ ਕੁਝ ਨਵਾਂ ਜਿਹੜਾ ਉਹ ਅਸੀਂ ਦੇਖ ਸਕਦੇ ਹਾਂ। ਜਿਹੜੀ ਗੱਲ ਚਟੋਪਾਧਿਆਏ ਸਾਹਿਬ ਦੀ ਆ ਕਿ ਪਿਛਲੇ ਸਮੇਂ 'ਚ ਜਦੋਂ ਉਹਨਾਂ ਨੇ ਨਸ਼ਿਆਂ ਦੇ ਉੱਤੇ ਰਿਪੋਰਟ ਦਾਖਲ ਕੀਤੀ ਸੀ, ਉਹ ਤੁਹਾਨੂੰ ਸਾਨੂੰ ਸਭ ਨੂੰ ਪਤਾ ਉਹਦੇ ਵਿੱਚ ਕਿਸ ਤਰ੍ਹਾਂ ਜਿਹੜੇ ਨਾਮ ਜਿਹੜੇ ਨੇ ਉਹ ਹਾਈ ਕੋਰਟ ਤੱਕ ਗੱਲਾਂ ਪਹੁੰਚੀਆਂ, ਕਾਫੀ ਰੌਲਾ ਰੱਪਾ ਪਿਆ। ਉਹ ਮੌਜੂਦਾ ਜਿਹੜੇ ਡੀਜੀਪੀ ਸੀਗੇ ਸੁਰੇਸ਼ ਅਰੋੜਾ, ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਸੀਗੇ। ਬਾਅਦ ਚੋਂ ਦਿਨਕਰ ਗੁਪਤਾ ਹੋਣਾ ਦੇ ਨਾਲ ਉਹਨਾਂ ਦੀ ਰਹੀ। ਇਹ ਸਾਰਾ ਕੁਝ ਮਤਲਬ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਨਵਾਂ ਬਦਲਾਅ ਜਿਹੜਾ ਉਹ ਆਉਂਦਾ ਨਜ਼ਰ ਆ ਰਿਹਾ। ਇਹਦੇ ਵਿੱਚ ਇਹ ਵੀ ਪੁੱਛਦੇ ਨੇ ਕਿ ਬੇਅਦਬੀਆਂ ਦਾ ਹਿਸਾਬ ਸਿਆਸਤ ਹੋ ਜਾਣੀ ਹੈ, ਇਹਦੇ ਉੱਤੇ ਸਿਆਸਤ ਹੋ ਜਾਣੀ ਹੈ ਨਸ਼ਿਆਂ ਦੇ ਮਸਲੇ ਉੱਤੇ। ਪਰ ਤੁਸੀਂ ਸਾਨੂੰ ਰੁਜ਼ਗਾਰ ਦਿਓ, ਸਾਨੂੰ ਸਿੱਖਿਆ ਦਿਓ, ਸਾਨੂੰ ਸਿਹਤ ਦਿਓ। ਪਰ ਉਧਰ ਅਸੀਂ ਦੇਖਦੇ ਹਾਂ ਕਿ ਉਧਰ ਜਿਹੜੇ ਸਿਆਸੀ ਕਾਰਪੋਰੇਟ ਨੇ ਉਹਨਾਂ ਦਾ ਗਲਬਾ ਆ। ਹਸਪਤਾਲਾਂ ਦੇ ਵਿੱਚ ਵੀ ਹਿੱਸੇ ਕਿਤੇ ਨਾ ਕਿਤੇ ਨਜ਼ਰ ਆਉਂਦੇ ਨੇ। ਕਾਰਪੋਰੇਟ ਜਿਹੜੇ ਨੇ ਪ੍ਰਾਈਵੇਟ ਸਕੂਲ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਹਿੱਸੇ ਨਜ਼ਰ ਆਉਂਦੇ ਨੇ। ਇਸੇ ਕਰਕੇ ਜਿਹੜਾ ਸਰਕਾਰੀ ਹਸਪਤਾਲਾਂ ਨੂੰ ਤੇ ਸਰਕਾਰੀ ਸਕੂਲਾਂ ਨੂੰ ਢਾਹ ਲੱਗੀ ਹੋਈ ਹੈ। ਇਹ ਵੀ ਇੱਕ ਵੱਡਾ ਮੁੱਦਾ ਆ, ਇਹਦਾ ਵੀ ਹੱਲ ਹੋਣਾ ਚਾਹੀਦਾ। ਸਵਾਗਤ ਹੈ ਤੁਹਾਡਾ ਹਮੀਰ ਸਿੰਘ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕਿੱਦਾਂ ਦੀ ਆਸ ਲੱਗਦੀ ਨਵੇਂ ਡੀਜੀਪੀ ਦੀ ਰਾਤੋਂ ਰਾਤ ਨਿਯੁਕਤੀ ਕਰ ਦੇਣਾ? ਪਿਛਲੇ ਕੁਝ ਦਿਨਾਂ ਤੋਂ ਜਿਹੜੀ ਹਲਚਲ ਨਜ਼ਰ ਆ ਰਹੀ ਸੀ, ਹੁਣ ਕਹਿੰਦੇ ਇਦਾਂ ਵੀ ਹੋ ਸਕਦਾ ਕਿ ਚੰਨੀ ਸਾਹਿਬ ਦੀ ਥਾਂ ਤੇ ਹੁਣ ਨਵਜੋਤ ਸਿੱਧੂ ਚਿਹਰਾ ਬਣਦੇ ਬਿਲਕੁਲ ਪੂਰੀ ਤਰ੍ਹਾਂ ਨਜ਼ਰ ਆ ਰਹੇ ਨੇ। ਅਸਲ ਦੇ ਵਿੱਚ ਇਹ ਹੈ ਕਿ ਸਰਕਾਰ ਚੱਲੀ 5 ਸਾਲ, ਜਿਹੜੀ ਪਹਿਲੇ ਪੌਣੇ 5 ਸਾਲ ਲੰਘ ਗਏ। ਪੌਣੇ 5 ਸਾਲਾਂ ਦਾ ਇੱਕ ਵਾਅਦਾ ਸੀਗਾ ਕਿ ਅਸੀਂ ਕਿੰਨੇ ਹੀ ਵਾਅਦੇ ਸੀ। ਨਸ਼ੇ ਤਾਂ 4 ਹਫ਼ਤਿਆਂ ਦੇ ਵਿੱਚ ਲੱਕ ਤੋੜ ਦੇਣ ਦਾ ਸੀਗਾ ਵਾਅਦਾ, ਤੇ ਇਸੇ ਤਰੀਕੇ ਦੇ ਨਾਲ ਘਰ ਘਰ ਨੌਕਰੀ ਸੀ, ਕਿਸਾਨੀ ਦਾ ਕਰਜ਼ੇ ਦਾ ਸਵਾਲ ਸੀ, ਬੇਅਦਬੀ ਦਾ ਸਵਾਲ ਸੀ। 4 ਸਾਲ ਤਾਂ ਕਾਂਗਰਸੀਆਂ ਨੇ ਮਿਲ ਕੇ ਖੇਡੀ ਗੇਮ, ਤੇ ਫਿਰ ਥੋੜਾ ਥੋੜਾ ਇੱਕ ਵਿਰੋਧ ਹੋਣ ਲੱਗਿਆ ਕਿ ਤੁਸੀਂ ਇਹ ਕੰਮ ਨਹੀਂ ਕਰ ਰਹੇ, ਚੀਫ ਮਿਨਿਸਟਰ ਇਹਨੂੰ ਹਟਾਉਣਾ ਚਾਹੀਦਾ। ਉਹ ਹਟ ਗਏ। ਹੁਣ ਵੀ ਕੋਈ ਬਹੁਤ ਵਧੀਆ ਕਾਂਗਰਸ ਦੇ ਵਿੱਚ ਮਾਹੌਲ ਨਹੀਂ ਹੈ। ਜਿੰਨੀਆਂ ਮੀਟਿੰਗਾਂ ਹੁੰਦੀਆਂ ਨੇ ਉਹ 'ਚ ਜਿਹੋ ਜਿਹਾ ਮਾਹੌਲ ਹੁੰਦਾ, ਜਾਂ ਇੱਕ ਦੂਜੇ ਦੇ ਖਿਲਾਫ ਚੀਫ ਮਿਨਿਸਟਰ ਇੱਕ ਗੱਲ ਬੋਲਦਾ ਤੇ ਪ੍ਰਧਾਨ ਦੂਜੀ ਗੱਲ ਬੋਲਦਾ, ਦੂਜਾ ਤੀਜੀ ਗੱਲ, ਮਤਲਬ ਅਜੇ ਇਹ ਲੱਗਦਾ ਕਿ ਇਹ ਸੈਟਲਮੈਂਟ ਹੀ ਨਹੀਂ ਹੋਈ ਕਿ ਰਿਟ ਕਿਹਦੀ ਚੱਲਣੀ ਹੈ, ਕੌਣ ਮੇਨ ਬੰਦਾ ਹੋਏਗਾ। ਜਿਹੜੇ ਦੀ ਗੱਲ ਹੈ ਚੀਫ ਮਿਨਿਸਟਰ ਦੇ ਤੌਰ ਤੇ ਮੇਨ ਬੰਦਾ, ਕਿਉਂਕਿ ਉਹਨੇ ਜੋ ਫੈਸਲੇ ਕਰਨੇ ਨੇ, ਔਰ ਪ੍ਰਧਾਨ ਦੀ ਇਹ ਗੱਲ ਹੈ ਕਿ ਮੇਰੇ ਮੁਤਾਬਕ ਹੀ ਜੋ ਫੈਸਲੇ ਹੋਣ ਤੇ ਉਵੇਂ ਹੀ ਹੋਣ। ਅਜੇ ਇੱਕ ਜਿਹੜਾ ਹਾਊਸ ਐਂਡ ਆਰਡਰ ਕਹਿੰਦੇ ਆ ਨਾ ਆਪਾਂ, ਕਿ ਇਹ ਆਪਦਾ ਘਰ ਇਹਨਾਂ ਦਾ ਪੂਰਾ ਉਹਦੇ ਚ ਆ ਜੇ, ਉਹ ਨਹੀਂ ਆਇਆ। ਇਸੇ ਕਰਕੇ ਬਦਲੀਆਂ ਹੋ ਰਹੀਆਂ ਨੇ। ਏਜੀ ਦੀ ਵੀ ਬਦਲੀ ਹੋਈ ਪਿੱਛੇ ਜੇ। ਏਜੀ ਦੀ ਬਦਲੀ ਤੋਂ ਬਾਅਦ ਕਿੰਨਾ ਕੁ ਫਰਕ ਪਿਆ ਲੋਕਾਂ ਨੇ ਦੇਖਿਆ ਹੋਣਾ। ਮੈਨੂੰ ਤਾਂ ਨਹੀਂ ਲੱਗਦਾ ਕੋਈ ਨਵੀਂ ਗੱਲ ਸਾਹਮਣੇ ਆਈ ਹੈ। ਇਸੇ ਤਰ੍ਹਾਂ ਫਿਰ ਇਦੋਂ ਪਹਿਲਾਂ ਡੀਜੀਪੀ ਛੱਡਦੇ ਵੀ ਦਿਓ, ਬਾਕੀ ਏਡੀਜੀਪੀ ਅਸਥਾਨਾ ਨੂੰ ਕਿਹਾ ਗਿਆ ਜੋ ਵੀ ਕਰਨ ਨੂੰ ਨਸ਼ੇ ਦੇ ਮੁੱਦੇ ਤੇ, ਉਹ 4 ਪੇਜ ਦਾ ਇੱਕ ਨੋਟ ਜਿਹੜਾ ਆ ਚੁੱਕਿਆ ਅਖਬਾਰਾਂ ਦੇ ਵਿੱਚ, ਲਿਖ ਕੇ ਚਲੇ ਗਏ ਨੇ ਕਿ ਕੀ ਕਿਵੇਂ STF ਦੀ ਰਿਪੋਰਟ ਤੇ ਕਿਵੇਂ ਕਾਰਵਾਈ ਨਹੀਂ ਹੋ ਸਕਦੀ। ਔਰ ਆਪ ਫਿਰ ਉਹ ਮੈਡੀਕਲ ਛੁੱਟੀ ਲੈ ਕੇ ਤੇ ਮੈਡੀਕਲ ਤੇ ਚਲੇ ਗਏ ਨੇ। ਫਿਰ ਇੱਕ ਦੂਜਾ ਲਾਉਣ ਦੀ ਟਰਾਈ ਕੀਤੀ, ਉਹ ਵੀ ਜਵਾਬ ਦੇ ਆਇਆ। ਤੀਜਾ, ਮਤਲਬ ਅਫਸਰ ਜਿਹੜੇ ਨੇ, ਹੁਣ ਮੈਨੂੰ ਇਹ ਲੱਗਦਾ ਕਿ ਜਾਂ ਤਾਂ 2 ਹੀ ਗੱਲਾਂ ਹੋ ਸਕਦੀਆਂ ਨੇ। ਜਾਂ ਤਾਂ ਬਿਨਾਂ ਰਿਕਾਰਡ ਤੋਂ ਇਹ ਗੌਰਮੈਂਟ ਉਹਨਾਂ ਤੋਂ ਜ਼ਬਰਦਸਤੀ ਗੈਰ ਕਾਨੂੰਨੀ ਕੰਮ ਕਰਾਉਣਾ ਚਾਹੁੰਦੀ ਹੈ, ਜਾਂ ਫਿਰ ਅਫਸਰਾਂ ਦੀ ਉਹ ਮਿਲੀ ਭੁਗਤਾ ਉਹ ਪਹਿਲਾਂ ਤੋਂ ਹੀ ਰਲੇ ਮਿਲੇ ਨੇ ਤੇ ਉਹ ਕੰਮ ਨਹੀਂ ਕਰਨਾ ਚਾਹੁੰਦੇ। ਇਹ ਦੂਜਾ, ਹੋਰ ਤਾਂ ਕੋਈ ਗੱਲ ਨਹੀਂ। ਦੋਨਾਂ ਚੋਂ ਇੱਕ ਗੱਲ ਸਾਹਮਣੇ ਆਊਗੀ ਕਿ ਕੀ ਗੱਲ ਹੈ ਕੀ ਨਹੀਂ, ਕਿ ਉਹ ਕੋਰਟਾਂ ਚ ਉਸ ਲੈਵਲ ਤੇ ਜਾਏਗੀ। ਇਹ ਇਸ ਮਾਮਲੇ 'ਚ ਖੜਾ। ਹੁਣ ਕੋਰਟ ਕਦੋਂ ਲੱਗ ਜਾਣਾ? ਕੱਲ ਵੀ ਚੀਫ ਇਲੈਕਸ਼ਨ ਕਮਿਸ਼ਨਰ ਗੇੜਾ ਦੇ ਕੇ ਗਏ ਨੇ, ਚੋਣਾਂ ਦਾ ਪੂਰਾ ਜਾਇਜ਼ਾ ਲੈ ਰਹੇ ਨੇ, ਸਾਰਾ ਕੁਝ ਹੋ ਰਿਹਾ। ਤੇ ਅਜੇ 21 ਤਰੀਕ ਨੂੰ ਕਿਹਾ ਜਾ ਰਿਹਾ ਹੈ ਕਿ ਡੀਜੀਪੀ ਦੀ ਮੀਟਿੰਗ ਜਿਹੜੀ ਹੈ ਡੀਜੀਪੀ ਵਾਸਤੇ UPSC ਦੀ ਹੋਣੀ ਹੈ। ਉਸੇ ਮੀਟਿੰਗ 'ਚ ਫੈਸਲਾ ਹੋ ਜਾਏਗਾ ਜਾਂ ਕੋਈ ਕੁਆਰੀ ਪੈ ਜਾਏਗੀ, ਪਤਾ ਨਹੀਂ। ਇਹ ਕੋਰਟ ਤੋਂ ਬਾਅਦ ਹੀ ਲੱਗੇ, ਕੋਈ ਪਤਾ ਨਹੀਂ ਹੈ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਲੋਕਾਂ ਦੇ, ਮੈਨੂੰ ਲੱਗਦਾ
ਜਿਹੜੇ ਇਮੀਡੀਏਟ ਤੁਰੰਤ ਦੇ ਸਰੋਕਾਰ ਨੇ। ਨਹੀਂ ਤਾਂ ਅਫਸਰ ਕੋਈ ਵੀ ਲੱਗਿਆ ਹੋਵੇ, ਅਫਸਰਾਂ ਨਾਲ ਕੀ ਫਰਕ ਪੈਂਦਾ ਜੇ ਪੋਲੀਟੀਕਲ ਵਿਲ ਹੁੰਦੀ ਹੈ, ਜਿਹੜੀ ਸਿਆਸੀ ਇੱਛਾ ਸ਼ਕਤੀ, ਉਹ ਇੱਕ ਹੋ ਕੇ ਅਫਸਰ ਨੂੰ ਆਰਡਰ ਕਰਦੀ ਹੈ ਕਿ ਜੇ ਉਹ ਗੈਰ ਕਾਨੂੰਨੀ ਕਰਦਾ, ਕਾਨੂੰਨ ਮੁਤਾਬਕ ਨਹੀਂ ਕਰਦਾ, ਤਾਂ ਉਹਨੂੰ ਹਟਾਉਣਾ ਥੋੜੀ ਹੈ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਫਿਰ ਤਾਂ ਬਿਲਕੁਲ ਜਿਹੜਾ ਵੀ ਲਾਇਆ ਤੁਹਾਡੇ ਮੁਤਾਬਕ ਕੰਮ ਨਹੀਂ ਕਰਦਾ, ਤੁਸੀਂ ਕਹਿੰਦੇ ਗਵਰਨਮੈਂਟ ਦਾ ਆਰਡਰ ਹੈ, ਆਰਡਰ ਕਾਨੂੰਨੀ ਹੈ, ਤੇ ਉਹ ਅਫਸਰ ਕੰਮ ਨਹੀਂ ਕਰਦਾ, ਫਿਰ ਬਦਲੀ ਤਾਂ ਕੋਈ ਹੱਲ ਨਹੀਂ ਨਾ। ਫਿਰ ਤਾਂ ਉਹਦੇ ਖਿਲਾਫ ਕੋਈ ਸਸਪੈਂਸ਼ਨ ਦਾ ਕੋਈ ਗੱਲ ਨਾ ਅਹਿਲੀਅਤ ਦਾ, ਨਾ ਕਾਬਲ ਹੋਣ ਦਾ ਕੋਈ ਨਾ ਕੋਈ ਇਲਜ਼ਾਮ ਲਾ ਕੇ ਉਹਨੂੰ ਹਟਾਓ। ਜੇਕਰ ਉਹ ਨਹੀਂ ਲੱਗਦਾ ਤਾਂ ਇਹਦਾ ਮਤਲਬ ਖੇਡ ਦਾ ਐ ਲੱਗਦਾ ਵੀ ਪਾਸ ਦੇ ਕੇ ਖੇਡੀ ਜਾਓ, ਕੁਝ ਹੋਵੇ ਨਾ ਹੋਵੇ, ਜਦ ਨੂੰ ਕਹਿ ਦਾਂਗੇ ਵੀ ਅਸੀਂ ਤਾਂ ਕਰਨ ਲੱਗੇ ਸੀ, ਹੁਣ ਕੋਡ ਲੱਗ ਗਿਆ, ਅਸੀਂ ਕੀ ਕਰੀਏ, ਤੇ ਤੁਸੀਂ ਪੱਲਾ ਛਡਾਉਣਾ ਚਾਹੁੰਦੇ ਹੋ। ਜਿਵੇਂ ਬਹੁਤ ਸਾਰੇ ਐਲਾਨ ਇਹੋ ਜਿਹੇ ਹੋ ਜਾਣਗੇ, ਫਿਰ ਤੁਸੀਂ ਕਹੋਗੇ ਕੋਡ ਲੱਗ ਗਏ, ਆਪਾਂ ਕੀ ਕਰੀਏ, ਆਪਾਂ ਤਾਂ ਐਲਾਨ ਕਰਤੇ ਸੀ। ਇਸ ਲਈ ਇਹਦੇ ਚੋਂ ਜਿਹੜੀ ਇੱਕ ਗੰਭੀਰਤਾ ਹੁੰਦੀ ਹੈ, ਸਿੰਸੈਰਿਟੀ ਹੁੰਦੀ ਹੈ ਕਾਜ ਪ੍ਰਤੀ, ਲੋਕਾਂ ਪ੍ਰਤੀ, ਨੰਬਰ ਸਕੋਰ ਕਰਨ ਦਾ ਜ਼ਿਆਦਾ ਮਾਦਾ ਲੱਗ ਰਿਹਾ। ਮਤਲਬ ਇਹਦੀ ਬਜਾਏ ਕਿ ਤੁਸੀਂ ਸੀਰੀਅਸਲੀ ਕਿਸੇ ਕੰਮ ਨੂੰ ਕਰ ਰਹੇ ਹੋ, ਜੇ ਸਾਰੇ ਨਹੀਂ ਹੋਣਗੇ, ਜਿੰਨੇ ਕਰ ਰਹੇ ਹੋ, ਕਿਸੇ ਨੂੰ ਤਾਂ ਵੇਲੇ ਲਾਓ, ਕਿਸੇ ਨੂੰ ਤਾਂ ਕਿਸੇ ਪਾਸੇ ਨੇੜੇ ਲਾਉਣ ਦੀ ਕੋਸ਼ਿਸ਼ ਕਰੋ। ਤੇ ਜੇ ਤੁਸੀਂ ਕਾਰਵਾਈ ਨਹੀਂ ਕਰਦੇ, ਤੁਸੀਂ ਵੀਕ ਕਿੱਥੇ ਹੋ, ਫਿਰ ਕਿਉਂ ਨਹੀਂ ਕਾਰਵਾਈ ਹੋ ਸਕਦੀ? ਇਹ ਬਹੁਤ ਬੜੇ ਸਵਾਲ ਨੇ। ਅਫਸਰਾਂ ਨੂੰ ਬਦਲਣਾ, ਜੇ ਕਰਨਾ ਉਹ ਕਰਨਾ, ਬਦਲੀ ਵੀ ਇੱਕ ਤਰੀਕਾ ਹੁੰਦਾ। ਚਲੋ ਤੁਸੀਂ ਬਦਲੀ ਕਰਤੀ, ਕਿਸੇ ਨੇ ਨਾ ਆਇਆ, ਇਹਦਾ ਮਤਲਬ ਕੀ ਹੈ? ਕੱਲ ਨੂੰ ਅਫਸਰ ਤੁਸੀਂ ਆਪਦੇ ਲੋਇਲ ਅਫਸਰਸ਼ਾਹੀ ਜਿਹੜੇ ਸਾਡੇ ਦੇਸ਼ ਦੇ ਵਿੱਚ ਮੰਨੀ ਜਾਂਦੀ ਹੈ, ਉਹ ਮੰਨੀ ਜਾਂਦੀ ਹੈ ਕਿ ਕਿਸੇ ਇੰਡੀਵਿਜੂਅਲ ਦੇ ਜਾਂ ਕਿਸੇ ਪਾਰਟੀ ਦਾ ਵਿਸ਼ਵਾਸ ਪਾਤਰ ਨਾ ਹੋਵੇ, ਉਹ ਕਾਨੂੰਨ ਦੀ ਨਜ਼ਰ 'ਚ ਕੰਮ ਕਰੇ, ਸੰਵਿਧਾਨ ਪ੍ਰਤੀ, ਕਾਨੂੰਨ ਪ੍ਰਤੀ ਜਵਾਬਦੇਹ ਹੋਵੇ, ਔਰ ਉਹਦੇ ਲਈ ਟਰਮਸ ਆਫ ਕੰਡੀਸ਼ਨਸ ਨੇ। ਜੇ ਉਹ ਹੁਕਮਦੁਲੀ ਕਰਦਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਦਾ ਇੱਕ ਨਿਯਮ ਬਣੇ ਹੋਏ ਨੇ। ਉਹ ਕਾਰਵਾਈ ਨਾ ਕਰਨ ਵਾਲਿਆਂ ਦੇ ਖਿਲਾਫ ਕੀ ਕਾਰਵਾਈ ਹੋ ਰਹੀ ਹੈ, ਇਹ ਤਾਂ ਸਾਰਿਆਂ ਨੂੰ ਦੱਸਣਾ ਪਏਗਾ, ਚਾਹੇ ਉਹ ਨਵਜੋਤ ਸਿੱਧੂ ਹੋਵੇ, ਚਾਹੇ ਉਹ ਚਰਨਜੀਤ, ਚਾਹੇ ਜਿਹੜਾ ਮਰਜ਼ੀ ਹੋਵੇ। ਜਾਂ ਫਿਰ ਪ੍ਰੈਸ਼ਰ ਇਸ ਕਰਕੇ ਪਾਇਆ ਜਾਏ ਕਿ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ ਚੀਫ ਮਿਨਿਸਟਰ? ਜੇ ਚੀਫ ਮਿਨਿਸਟਰ ਮਿਲੇ ਹੋਏ ਨੇ ਤਾਂ ਉਹਦੇ ਖਿਲਾਫ ਚੀਫ ਮਿਨਿਸਟਰ ਤੇ ਗੱਲ ਕਰੋ। ਮਤਲਬ ਮੇਰਾ ਬੰਦਾ ਲਾਓ, ਤੇਰਾ ਬੰਦਾ ਲਾਓ, ਇਹ ਕਿਹੜੀ ਪੋਲਿਟਿਕਸ ਹੈ? ਰਾਜਿਆਂ ਦਾ ਦੌਰ ਹੈ ਕੋਈ? ਇਹ ਕਿਹਦਾ ਦੌਰ ਹੈ? ਉਸ ਲੈਵਲ ਦੇ ਉੱਤੇ ਤੁਸੀਂ ਕਹੋ ਕਿ ਮੈਨੂੰ ਜਿਹੜਾ ਮਰਜ਼ੀ ਦੇ ਦਿਓ, ਮੇਰੇ 'ਚ ਪੋਲੀਟੀਕਲ ਪਾਵਰ ਹੈ, ਮੈਂ ਇਹ ਤੋਂ ਕੰਮ ਕਰਾਊਂਗਾ, ਮੈਨੂੰ ਕੰਮ ਲੈਣਾ ਆਉਂਦਾ ਹੈ, ਜਿਹੋ ਜਿਹੀ ਮਰਜ਼ੀ ਟੀਮ ਦੇ ਦਿਓ। ਬਿਲਕੁਲ ਤੁਸੀਂ ਉਹ ਚੀਜ਼ ਕਰੋ ਨਾ। ਲੋਕਾਂ ਨੂੰ ਮੂਰਖ ਕਿਉਂ ਬਣਾ ਰਹੇ ਹੋ ਇਸ ਸਾਰੇ ਖੇਡ ਦੇ ਵਿੱਚ? ਬਿਲਕੁਲ ਜੀ। ਹਮੀਰ ਸਿੰਘ ਜੀ, ਇਹਦੇ ਵਿੱਚ ਇੱਕ ਹੋਰ ਗੱਲ ਹੈ। ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ, ਡੀਐਸਪੀ ਭੋਲੇ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਬਾਅਦ ਬੜੀਆਂ ਨਵੀਆਂ ਖੇਡਾਂ ਸਾਨੂੰ ਦੇਖਣ ਨੂੰ ਮਿਲੀਆਂ। ਹੁਣ ਗੱਲ ਇਹ ਆ ਕਿ ਸੁਖਬੀਰ ਬਾਦਲ ਤੇ ਮਜੀਠੀਆ ਸਿੱਧਾ ਹੀ ਕਹਿ ਰਹੇ ਨੇ ਕਿ ਸਾਨੂੰ ਗ੍ਰਿਫਤਾਰ ਕਰਨ ਨੂੰ ਫਿਰਦੇ ਨੇ। ਠੀਕ ਹੈ, ਇਹ ਭੋਲਾ ਵੀ ਗ੍ਰਿਫਤਾਰ ਹੋਇਆ, ਇਹ ਵੀ ਗ੍ਰਿਫਤਾਰ ਹੋ ਜਾਣਗੇ, ਹੋਰ ਵੀ ਬੜੇ ਵੱਡੇ ਮਗਰਮੱਛ ਜਿਹੜੇ ਬੈਠੇ ਨੇ, ਭਾਵੇਂ ਉਹ ਬਾਹਰਲੇ ਮੁਲਕਾਂ 'ਚ ਬੈਠੇ ਨੇ, ਉਹ ਵੀ ਗ੍ਰਿਫਤਾਰ ਹੋ ਜਾਣਗੇ। ਪਰ ਸਵਾਲ ਤਾਂ ਇਹ ਆ ਕਿ ਪਿਛਲੇ 4.5 ਸਾਲ ਦਾ ਹਿਸਾਬ ਦੇ ਦੇਣ ਕਿ ਇਹ ਨਸ਼ਾ ਕੌਣ ਪਰੋਸ ਰਿਹਾ ਸੀ ਪੰਜਾਬ ਦੇ ਵਿੱਚ। ਨਸ਼ਿਆਂ ਦੇ ਨਾਲ ਹੋ ਰਹੀਆਂ ਮੌਤਾਂ ਦਾ ਜਵਾਬ ਕੌਣ ਦੇਵੇਗਾ? ਅੱਜ ਵੀ ਨਸ਼ਿਆਂ ਨਾਲ ਮੌਤਾਂ, ਮੈਂ ਕੱਲ ਵੀ ਪੜ੍ਹ ਰਿਹਾ ਸੀ, ਹਰ ਰੋਜ਼ ਪੜ੍ਹਦੇ ਆ, ਟੀਕਿਆਂ ਨਾਲ ਮੌਤਾਂ ਹੋ ਰਹੀਆਂ ਨੇ। ਉਹ ਨਸ਼ਾ ਕਿੱਥੋਂ ਆ ਰਿਹਾ? ਉਹ ਕਿਉਂ ਨਹੀਂ ਰੋਕ ਪਾ ਰਹੇ? ਜਵਾਬਦੇਹੀ ਤਾਂ ਸਿਆਸਤਦਾਨ ਤੇ ਪੁਲਿਸ ਦੋਨਾਂ ਦੀ ਵੀ ਬਣਦੀ ਹੈ। ਫਿਰ ਨਹੀਂ, ਸਭ ਦੀ ਬਣਦੀ ਹੈ, ਕਿਉਂ ਨਹੀਂ ਬਣਦੀ? ਜਦ ਤੁਸੀਂ 4 ਹਫ਼ਤਿਆਂ ਦਾ ਵਾਅਦਾ ਕਰਤਾ, ਕੀ ਸੋਚ ਕੇ ਕੀਤਾ ਸੀ ਕਿ 4 ਹਫ਼ਤਿਆਂ ਦਾ ਨਸ਼ਾ ਤੱਕ ਤੋੜ ਦੋਗੇ? ਤੁਸੀਂ ਫਿਗਰ ਦੇ ਰਹੇ ਹੋ ਕਿ ਅਸੀਂ 52,000 ਪਰਚੇ ਦਰਜ ਕਰਤੇ, ਇੰਨੇ ਬੰਦਿਆਂ ਨੂੰ ਫੜ ਲਿਆ। ਉਹ ਬੰਦੇ ਸਮਗਲਰ ਨੇ। ਜੇ ਪੰਜਾਬ 'ਚ 52,000 ਬੰਦਾ ਸਮਗਲਰ ਤੁਰਿਆ ਫਿਰਦਾ ਜਿਹਦੇ ਤੁਸੀਂ ਪਰਚੇ ਦਰਜ ਕਰਤੇ, ਫਿਰ ਤਾਂ ਤੁਹਾਨੂੰ ਆਪ ਹੀ ਪਤਾ ਲੱਗਣਾ ਚਾਹੀਦਾ ਵੀ ਹੋਰ ਖਬਰ ਕਿੰਨੇ ਨੇ। ਉਹਦੇ ਨਾਲ ਜੇ ਬੰਦ ਨਹੀਂ ਹੋਇਆ, ਤੁਸੀਂ 52,000 ਪਰਚੇ ਦਰਜ ਕਰ ਲਏ, ਫਿਰ ਵੀ ਨਸ਼ਾ ਚੱਲ ਰਿਹਾ, ਫਿਰ ਵੀ ਲੋਕ ਖਾ ਰਹੇ ਨੇ, ਇਹਦਾ ਮਤਲਬ ਤਾਂ ਸਾਰਾ ਪੰਜਾਬ ਨਸ਼ਾ ਤਸਕਰ ਹੋ ਗਿਆ ਤੁਹਾਡੇ ਮੁਤਾਬਕ। ਤਾਂ ਤੁਸੀਂ ਉਹ ਜਿਹੜੇ ਪੀੜਤ ਬੰਦੇ ਨੇ ਵਿਚਾਰੇ, ਜਿਹੜੇ ਕਿਸੇ ਤਰੀਕੇ ਦੇ ਨਾਲ ਗੁੰਮਰਾਹ ਹੋ ਕੇ ਲੱਗੇ ਨੇ ਨਸ਼ੇ ਤੇ, ਉਹਨਾਂ ਨੂੰ ਤਸਕਰ ਬਣਾ ਰਹੇ ਹੋ, ਨਾ ਕਿ ਤੁਸੀਂ ਤਸਕਰਾਂ ਨੂੰ ਫੜ ਰਹੇ ਹੋ। ਉਹਦੇ ਤੱਕ ਕੋਈ ਪਹੁੰਚ ਹੋ ਰਹੀ ਹੈ ਤੁਹਾਡੀ ਇਸ ਪੱਧਰ ਦੇ ਉੱਤੇ ਜਾ ਕੇ। ਇਸੇ ਕਰਕੇ ਕੱਲਾ ਇਹ ਨਸ਼ਾ ਕੱਲਾ ਪੁਲਿਸ ਦਾ ਮਾਮਲਾ ਨਹੀਂ ਹੈ, ਇਹ ਵੱਡਾ ਇੱਕ ਮਾਮਲਾ ਹੈ। ਮਤਲਬ ਇੱਕ ਇੰਟਰਨੈਸ਼ਨਲ ਨੈਸ਼ਨਲ ਨੈਟਵਰਕ ਵੀ ਹੈ ਇਹਨਾਂ ਦਾ, ਡਰੱਗ ਦਾ, ਜਿਹੜੀ ਇੰਡਸਟਰੀ ਹੈ ਮਾਫੀਏ ਦਾ। ਇਹ ਛੋਟਾ ਮਾਫੀਆ ਨਹੀਂ ਹੈ। ਤੇ ਮਾਫੀਏ ਦੇ ਨਾਲ ਦੀ ਨਾਲ ਇਹ ਜਿਹੜਾ ਮੁੱਦਾ ਹੈਲਥ ਦਾ ਵੀ ਮੁੱਦਾ ਜੁੜਿਆ ਹੋਇਆ ਇਹਦੇ ਨਾਲ, ਨੌਜਵਾਨਾਂ ਦੇ ਗੁੰਮਰਾਹ ਹੋਣ ਦਾ, ਉਹਨਾਂ ਦੀ ਕਾਉਂਸਲਿੰਗ ਦਾ, ਉਹਨਾਂ ਦੇ ਮੁੜ ਵਸੇਬੇ ਦਾ। ਜੇ ਕੋਈ ਛੱਡ ਜਾਂਦਾ ਤੁਹਾਡੇ ਕੋਲ ਕਿਹੋ ਜਿਹੇ ਪ੍ਰਬੰਧ ਨੇ, ਇਹ ਸਮੁੱਚਤਾ 'ਚ ਕੁਝ ਦੇਖਿਆ ਜਾਣਾ ਚਾਹੀਦਾ ਨਾ ਕਿ ਕੱਲਾ ਹੁਣ ਪੁਲਿਸ 'ਚ 2 ਬੰਦੇ ਫੜ ਲਓ, 2 ਬੰਦੇ ਛੱਡ ਦਿਓ। ਫੜੇ ਜਾਣੇ ਚਾਹੀਦੇ ਨੇ ਇਹ, ਕਿਉਂਕਿ ਜੂਸੀ ਇੱਕ ਸਲੋਗਨ ਹੁੰਦਾ ਵੀ ਫਲਾਣੇ ਨੂੰ ਅੰਦਰ ਕਰ ਦਾਂਗੇ, ਫਲਾਣੇ ਨੂੰ। ਲੋਕਾਂ ਨੂੰ ਨਸ਼ੇ ਤੋਂ ਨਿਜਾਤ ਲੈਣੀ ਆ ਉਹਨਾਂ ਨੇ, ਕਿਸੇ ਨੂੰ ਅੰਦਰ ਜਾਂ ਬਾਹਰ ਕਰਕੇ ਨਹੀਂ ਲੈਣੀ ਕਿ ਅਸੀਂ ਨਸ਼ੇ ਤੋਂ ਕਿਵੇਂ ਖਹਿੜਾ ਛਡਾਈ ਜਾਈਏ। ਸਾਡਾ ਯੂਥ ਜਿਹੜਾ ਹੈ
ਲਗਭਗ 5 ਲੱਖ ਬੱਚਾ ਤਾਂ ਰੋਜ਼ ਜਿਹੜਾ ਦਵਾਈ ਲੈਂਦਾ ਹਸਪਤਾਲਾਂ ਦੇ ਵਿੱਚ ਜਾ ਕੇ ਨਸ਼ਾ ਛੱਡਣ ਦੀ, ਉਹਨਾਂ ਦਾ ਕੀ ਕੀਤਾ ਤੁਸੀਂ? ਉਹਨਾਂ ਦੀ ਕੇਅਰ ਕਿੰਨੀ ਕੁ ਕੀਤੀ ਹੈ? ਕੋਈ ਫਿਗਰ ਤੁਸੀਂ ਦੱਸੋ ਕਿ ਇੰਨਿਆਂ ਨੂੰ ਅਸੀਂ ਛਡਾ ਚੁੱਕੇ ਆ, ਇੰਨੇ ਮਿਹਨਤਾਰਾ ਚ ਆ ਗਏ ਨੇ, ਛੱਡ ਕੇ ਹੁਣ ਚੰਗਾ ਕੰਮ ਕਰ ਰਹੇ ਨੇ, ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਨੇ, ਜਾਂ ਉਹ ਆਪਣਾ ਕੋਈ ਕੰਮ ਕਰ ਰਹੇ ਨੇ। ਕਿੱਥੇ ਨੇ ਉਹ ਬੰਦੇ? ਇਹਨਾਂ ਦਾ ਖਾਕਾ ਕਿੱਥੇ ਹੈ ਤੁਹਾਡੇ ਕੋਲ? ਕੀ ਅੰਕੜੇ ਦੇ ਰਹੇ ਹੋ ਉਸ ਮਾਮਲੇ ਦੇ ਵਿੱਚ? ਇਸੇ ਕਰਕੇ ਇਹ ਜਿਹੜਾ ਇੱਕ ਸਵਾਲ ਸੀ ਬੜਾ ਵੱਡਾ, ਇਹ ਸਵਾਲ ਅਣਹੱਲ ਹੋਇਆ ਪਿਆ, ਅਜੇ ਤੱਕ ਇਹਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ। ਹਾਂ, ਹੁਣ ਲੱਗਦਾ ਇਹ ਹੈ, ਮੈਨੂੰ ਲੱਗਦਾ ਸਰਕਾਰ ਨੂੰ ਵੀ, ਕਿ ਜਿਹੜੇ ਆਹ ਦਿਨਾਂ ਦੇ ਵਿੱਚ ਵੀ ਇੱਕ ਅੱਧਾ ਵੀ ਨਾ ਫੜਿਆ ਤਾਂ ਫਿਰ ਕਹਿਣਗੇ ਵੀ ਤੁਸੀਂ ਕੀ ਕੀਤਾ। ਕੋਈ ਤਾਂ ਫੜ ਕੇ ਦਿਖਾਉਣਾ ਪਊਗਾ ਨਾ, ਇੱਕਾ ਦੁੱਕਾ, ਜਿਹੜਾ ਵੀ ਤੁਸੀਂ ਬਾਅਦ ਚਾਹੇ ਜ਼ਮਾਨਤ ਤੇ ਛੁੱਟ ਜਾਏ, ਚਾਹੇ ਕੋਰਟ ਐਂਟੀਸਪੇਟਰੀ ਦੇ ਦੇ, ਜੋ ਮਰਜ਼ੀ, ਵੀ ਸਾਨੂੰ ਲੱਗਣਾ ਚਾਹੀਦਾ ਸੀ ਕਰ ਰਹੇ ਸੀ ਕੁਝ ਲੋਕਾਂ ਨੂੰ। ਗੰਭੀਰਤਾ ਤਾਂ ਉਸ ਪੱਧਰ ਦੇ ਉੱਤੇ ਨਹੀਂ ਹੈ। ਕੀ ਤੁਸੀਂ ਇਹ ਮਹਿਸੂਸ ਕਰ ਰਹੇ ਹੋ ਕਿ ਪ੍ਰਸ਼ਾਸਨ ਤੁਹਾਡੇ ਤੋਂ ਬਾਗੀ ਹੋ ਗਿਆ? ਕੀ ਤੁਸੀਂ ਮਹਿਸੂਸ ਕਰ ਰਹੇ ਹੋ ਪੁਲਿਸ ਤੁਹਾਡੇ ਤੋਂ ਬਾਗੀ ਹੋ ਗਈ? ਜਾਂ ਆਪਣੇ ਅੰਦਰ ਦਾ ਹੀ ਕੁਐਸਚਨ ਤੁਹਾਨੂੰ ਡਰ ਮਾਰ ਰਿਹਾ ਵੀ ਜੇ ਇਨਵੈਸਟੀਗੇਸ਼ਨ ਵੱਡੇ ਪੱਧਰ ਤੇ ਹੋਈ, ਖਬਰ ਹੈ ਸਾਡੇ ਪਾਸੇ ਵਾਲੇ ਬੰਦਿਆਂ ਦਾ ਵੀ ਨਾਮ ਹੋ ਜੇ। ਸਿਆਸਤਦਾਨ ਕਿਸੇ ਇੱਕ ਧਿਰ ਦਾ ਸ਼ਾਮਲ ਨਹੀਂ ਹੋਣਾ, ਕਿਉਂਕਿ ਜਦੋਂ ਪੈਸੇ ਬਣਾਉਣ ਦਾ ਕੰਮ ਹੁੰਦਾ ਹੈ, ਔਰ ਉਹ ਸਿਆਸਤਦਾਨ ਵੱਖ-ਵੱਖ ਧਿਰਾਂ ਦੇ ਵੀ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਗੱਠਜੋੜ ਚ, ਕੋਈ ਜ਼ਰੂਰੀ ਨਹੀਂ ਕੋਈ ਇੱਕੋ ਹੀ ਹੋਵੇ। ਬਿਲਕੁਲ। ਜਦੋਂ ਇਹ ਪੰਡੋਰਾ ਬਾਕਸ ਖੁੱਲੂਗਾ, ਜੇ ਇਮਾਨਦਾਰੀ ਨਾਲ ਖੁੱਲੇ, ਇਹਦੀ ਕੋਈ ਜਾਂਚ ਇਮਾਨਦਾਰੀ ਨਾਲ ਹੋਵੇ ਵੱਡੇ ਪੱਧਰ ਦੇ ਉੱਤੇ, ਤਾਂ ਪਤਾ ਨਹੀਂ ਕਿਹਦੇ ਨਾਂ ਆਉਣੇ ਨੇ, ਤੇ ਉਹਨਾਂ ਨਾਮਾਂ ਨੂੰ ਵੀ ਤਾਂ ਵਿੱਚ ਸ਼ਾਮਲ ਕਰਨਾ ਪਏਗਾ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਲਈ ਮੈਨੂੰ ਲੱਗਦਾ ਕਿ ਜਿਹੜੀ ਸਾਡੇ ਸਿਆਸਤਦਾਨ ਦੇ ਵਿੱਚ ਗੰਭੀਰਤਾ ਹੁੰਦੀ ਹੈ ਪੰਜਾਬ ਪ੍ਰਤੀ, ਸੰਵੇਦਨਾ ਹੁੰਦੀ ਹੈ ਪੰਜਾਬ ਦੇ ਲੋਕਾਂ ਪ੍ਰਤੀ, ਜਾਂ ਕੁਝ ਠੀਕ ਕਰਨ ਦੀ ਤਮੰਨਾ ਹੁੰਦੀ ਹੈ, ਉਹ ਤਮੰਨਾ ਨਹੀਂ, ਤੁਸੀਂ ਤਾਂ ਆਪਸ ਦੀ ਕੁਰਸੀ ਖਿੱਚ ਦੀ ਲੜਾਈ ਲੜ ਰਹੇ ਹੋ ਅਸਲ ਦੇ ਵਿੱਚ। ਜਿਹੜੇ ਰੀਅਲ ਮੁੱਦੇ ਨੇ ਹੋਰ, ਉਹ ਮੁੱਦੇ ਸਾਈਡ ਤੇ ਰਹਿ ਜਾਣ, ਲੋਕ ਸਵਾਲ ਨਾ ਪੁੱਛਣ। ਜਿਵੇਂ ਹੁਣ ਕਿਸਾਨ ਅੰਦੋਲਨ ਤੋਂ ਬਾਅਦ ਲੋਕ ਆਪਣੇ ਵੀ ਸਵਾਲ ਪੁੱਛ ਰਹੇ ਨੇ, ਖੇਤੀ ਦੇ, ਵਿੱਦਿਆ ਦੇ, ਸਿਹਤ ਦੇ, ਰੁਜ਼ਗਾਰ ਦੇ, ਹੋਰ ਬਹੁਤ ਜ਼ਿਆਦਾ ਸਵਾਲ ਨੇ, ਤੇ ਉਹਨਾਂ ਸਵਾਲਾਂ ਤੇ ਵੀ ਤਾਂ ਤੁਹਾਨੂੰ ਜਵਾਬ ਦੇਣਾ ਪਏਗਾ ਸਹੀ ਤਰੀਕੇ ਦੇ ਨਾਲ, ਔਰ ਤੁਹਾਡੀ ਪਾਲਿਸੀ 'ਚ ਜਵਾਬ ਦੇਣਾ ਪਏਗਾ ਕਿ ਤੁਸੀਂ ਪਹਿਲਾਂ ਜਿਹੜੀ ਪਾਲਿਸੀ ਗਲਤ ਕਿਵੇਂ ਸੀ, ਹੁਣ ਪਾਲਿਸੀ ਠੀਕ ਕਿਵੇਂ ਹੈ, ਹੁਣ ਤੁਸੀਂ ਕਿਵੇਂ ਕਰ ਸਕਦੇ ਹੋ। ਔਰ ਉਹਨਾਂ ਦਾ ਜਿਹੜਾ ਜਵਾਬ ਲੱਭਣ ਦੇ ਲਈ ਤਾਂ ਇੱਕ ਮੱਥਾ ਪੱਚੀ ਜਿਹੜੀ ਕਰਨੀ ਹੁੰਦੀ ਹੈ, ਉਹ ਅਜੇ ਤੱਕ ਪਾਰਟੀਆਂ ਨੇ ਨਹੀਂ ਕੀਤੀ। ਹੁਣ ਕਹਿੰਦੇ ਨੇ ਚੋਣ ਮੈਨੀਫੈਸਟੋ ਬਣਾਉਣਗੀਆਂ ਸਾਰੀਆਂ ਪਾਰਟੀਆਂ ਦੁਬਾਰਾ, ਔਰ ਪੁਰਾਣੇ ਮੈਨੀਫੈਸਟੋ ਦਾ ਕੀ ਹੋ ਗਿਆ, ਇਹ ਵੀ ਤਾਂ ਇੱਕ ਗੱਲ ਕਰਨ ਦੀ ਗੱਲ ਹੈ ਨਾ। ਪੁਰਾਣੇ ਲਾਗੂ ਕਿਉਂ ਨਹੀਂ ਹੋ ਪਾ ਰਹੇ, ਔਰ ਨਵੇਂ ਬਣਾ ਕੇ ਲਾਗੂ ਕਰਕੇ ਕਿਵੇਂ ਕਰੋਗੇ ਜੇ ਨਵੇਂ ਬਣਾ ਵੀ ਲਏ? ਇਹ ਸਾਰੇ ਸਵਾਲ ਨੇ, ਜਿਹੜੇ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਲੋਕਾਂ ਦੀ ਕਚਹਿਰੀ ਦੇ ਵਿੱਚ ਹੋਣਗੇ। ਬਿਲਕੁਲ ਬਿਲਕੁਲ। ਤੁਸੀਂ ਹਮੀਰ ਸਿੰਘ ਜੀ ਇੱਕ ਜੂਝਦਾ ਪੰਜਾਬ ਮੰਚ ਦੇ ਨਾਲ ਚੱਲ ਰਹੇ ਹੋ। ਗੱਲ ਇਹ ਆ ਕਿ ਜਦੋਂ ਮੁੱਦਿਆਂ ਦੀ ਗੱਲ ਆਉਂਦੀ ਹੈ, ਮੈਂ ਜਿਵੇਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਕਿ ਜਿੰਨੇ ਸਿਆਸੀ ਨੇ, ਇਹਨਾਂ ਸਾਰਿਆਂ ਦੇ ਵਪਾਰ ਚੱਲਦੇ ਨੇ, ਸਕੂਲਾਂ ਦੇ ਨਾਲ, ਕਾਲਜਾਂ ਦੇ ਨਾਲ, ਆਪੋ ਆਪਣੇ ਵਪਾਰ ਇਹਨਾਂ ਦੇ ਚੱਲਦੇ ਨੇ। ਫਿਰ ਇਹ ਕਿਵੇਂ ਸਰਕਾਰੀ ਜਿਹੜੇ ਅਦਾਰੇ ਨੇ ਉਹਨਾਂ ਨੂੰ ਅੱਗੇ ਹੋਣ ਦੇ ਦੇਣਗੇ? ਹਿਸਾਬ ਤਾਂ ਉਹਨਾਂ ਤੋਂ ਵੀ ਮੰਗਣਾ ਬਣਦਾ ਹੈ ਕਿ ਤੁਸੀਂ ਦਿਓ ਹਿਸਾਬ ਕਿ ਤੁਸੀਂ ਸਿਆਸਤ ਦੇ ਵਿੱਚ ਕੀ ਕਰਨ ਆਏ ਸੀ, ਰਾਜ ਨਹੀਂ ਸੇਵਾ, ਕਿ ਸੇਵਾ ਨਹੀਂ ਰਾਜ ਵਾਲੀਆਂ ਗੱਲਾਂ? ਨਹੀਂ, ਬਿਲਕੁਲ ਇਸੇ ਕਰਕੇ ਜਿਹੜਾ ਇਹ ਜੂਝਦਾ ਪੰਜਾਬ ਹੈ, ਇਹਨੇ ਇੱਕ ਏਜੰਡਾ ਦਿੱਤਾ ਹੈ। ਪਹਿਲੀ ਗੱਲ ਤਾਂ ਇਹਦਾ ਬੇਸਿਕ ਫਰਕ ਇਹ ਹੈ ਕਿ ਕੇਵਲ ਚਿਹਰੇ ਤੇ ਪਾਰਟੀ ਬਦਲਣ ਨਾਲ ਕੁਝ ਨਹੀਂ ਫਰਕ ਪੈਣਾ, ਜਿਹੜਾ ਮਰਜ਼ੀ ਤੁਸੀਂ ਸੱਤਾ 'ਚ ਲਿਆਓ, ਜਿਹੜਾ ਮਰਜ਼ੀ। ਜੇ ਪੰਜਾਬ ਨੂੰ ਇੱਕ ਅਲਟਰਨੇਟਿਵ ਏਜੰਡੇ ਦੀ ਲੋੜ ਹੈ, ਜਿਹਦੇ ਕਰਕੇ ਉਹਦਾ, ਕਿਉਂਕਿ ਪੰਜਾਬ ਦੇ ਵਿੱਚ ਵਾਤਾਵਰਨ ਦਾ ਸੰਕਟ ਹੈ, ਪਾਣੀਆਂ ਦਾ ਸੰਕਟ ਹੈ, ਪੰਜਾਬ 'ਚ ਰੁਜ਼ਗਾਰ ਦਾ ਸੰਕਟ ਹੈ, ਬੱਚਿਆਂ ਦੇ ਵਿਦੇਸ਼ ਜਾ ਕੇ ਉਜਾੜੇ ਦਾ ਸੰਕਟ ਹੈ, ਔਰ ਇਸੇ ਤਰੀਕੇ ਦੇ ਨਾਲ ਸਿੱਖਿਆ ਦਾ, ਸਿਹਤ ਦਾ, ਰੁਜ਼ਗਾਰ ਦੇ ਸਾਰੇ ਸੰਕਟ ਨੇ ਸਾਡੇ ਸਾਹਮਣੇ। ਉਹਨਾਂ ਨੂੰ ਐਡਰੈਸ ਕਰਨ ਦਾ ਸਵਾਲ ਹੈ। ਜਿਹੜਾ ਇਹ ਹੈ ਕਿ ਤੁਸੀਂ ਕਰਪਸ਼ਨ ਇੱਕ ਤੇ ਦੂਜਾ ਐਲੀਗੇਸ਼ਨ ਲਾਉਂਦਾ, ਉਹਦੇ 'ਚ ਉਸ ਏਜੰਡੇ 'ਚ ਇੱਕ ਗੱਲ ਕੀਤੀ ਗਈ ਹੈ ਕਿ 2002 ਤੋਂ ਲੈ ਕੇ ਪਿਛਲੇ 20 ਸਾਲਾਂ ਦਾ ਇੱਕ ਇੰਡੀਪੈਂਡੈਂਟ ਕਮਿਸ਼ਨ, ਜਾਂ ਲੋਕਪਾਲ ਨੂੰ ਕਰਨਾਟਕਾ ਟਾਈਪ ਦੀ ਉਹਦਾ ਲੰਮਾ ਲੋਕਪਾਲ ਐਕਸਟੈਂਸ਼ਨ ਕਰਕੇ ਜਿੰਨੇ ਰਾਈਟ ਉਹਨੇ ਦੇ ਕੇ 20 ਸਾਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪਿਛਲਿਆਂ ਦੀ। ਔਰ ਉਹਨਾਂ 20 ਸਾਲਾਂ ਦੇ ਵਿੱਚ ਜਿੰਨੀ ਦੌਲਤ ਜਿਹੜੇ ਵੀ ਧਿਰ ਨੇ ਬਣਾਈ, ਚਾਹੇ ਉਹ ਅਫਸਰਾਂ ਨੇ ਬਣਾਈ, ਚਾਹੇ ਉਹ ਪੋਲੀਟੀਸ਼ੀਅਨ ਨੇ ਬਣਾਈ, ਜੇ ਉਹ ਆਮਦਨ ਤੋਂ ਜ਼ਿਆਦਾ ਵਸੀਲਿਆਂ ਦੇ ਦਾਇਰੇ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਜ਼ਬਤ ਹੋਣੀ ਚਾਹੀਦੀ ਹੈ, ਉਹਨਾਂ ਖਿਲਾਫ ਕ੍ਰਿਮੀਨਲ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਪਾਰਟੀ ਦੂਜੀ ਤੋਂ ਨਾਲ ਦੁੱਧ ਧੋਤੀ ਨੇ, ਸਮੁੱਚਤਾ ਦੇ ਵਿੱਚ ਇਹ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇਹ ਸਮੁੱਚਤਾ 'ਚ ਜਾਂਚ ਨਹੀਂ ਹੋਏਗੀ, ਫਿਰ ਤਾਂ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਕੰਮ ਹੈ, ਮੇਰੇ ਵਾਲੇ ਠੀਕ ਨੇ, ਤੇਰੇ ਵਾਲੇ ਗਲਤ ਨੇ। ਕੋਈ ਪਾਰਟੀ ਇਹਨਾਂ 'ਚੋਂ ਹੈ ਜਿਨ੍ਹਾਂ ਦੇ ਬੰਦਿਆਂ ਤੇ ਇਲਜ਼ਾਮ ਨਹੀਂ ਲੱਗ ਰਹੇ ਕਿ ਫਲਾਣੇ ਨੇ ਇੰਨੀ ਦੌਲਤ ਕਿਵੇਂ ਬਣਾ ਲਈ, ਫਲਾਣੇ ਨੇ ਕਿਵੇਂ ਬਣਾ ਲਈ? ਇਸੇ ਕਰਕੇ, ਕਿਉਂਕਿ ਜਦੋਂ ਤੁਸੀਂ ਸਿਆਸਤ ਨੂੰ ਵਪਾਰ ਬਣਾਤਾ ਤਾਂ ਵਪਾਰ ਤਾਂ ਮੁਨਾਫੇ ਤੇ ਚੱਲਦਾ ਹੈ, ਤੇ ਹਰ ਬੰਦਿਆਂ 'ਚੋਂ ਕੋਈ ਘੱਟ ਕੋਈ ਵੱਧ ਉਹ ਮੁਨਾਫੇ ਵਾਲੇ ਰੂਟ ਤੇ ਚਲਾ ਜਾਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤਾਂ ਜਿਹੜੇ ਬੰਦੇ ਨਹੀਂ ਆਉਣਗੇ, ਇੱਕਾ ਦੁੱਕਾ ਰਹਿ ਜਾਣਗੇ, ਰਹਿ ਜਾਣ, ਪਰ ਸਮੁੱਚੀ ਇੱਕ ਮਤਲਬ ਜਾਂਚ ਹੋਣੀ ਚਾਹੀਦੀ ਹੈ। ਔਰ ਜਿਹੜਾ ਵੀ ਬੰਦਾ ਜਾਂਚ ਕਹਿੰਦਾ ਹੈ, ਜੇ
ਹੁਣ ਕਾਂਗਰਸ ਹੈ ਉਹ ਕੋ ਅਕਾਲੀਆਂ ਦੇ ਟਾਈਮ ਦੀ ਮੈਂ ਜਾਂਚ ਕਰਾਊ, ਅਕਾਲੀ ਆਉਣਗੇ ਉਹ ਕਹਿੰਦੇ ਮੈਂ ਇਹਨਾਂ ਦੇ ਪੀਰੀਅਡ ਦੀ ਜਾਂਚ ਕਰਾਊ। ਦੂਜਾ ਆਪਣੇ ਸਮੁੱਚੇ ਪੀਰੀਅਡ ਦੀ ਕਿਉਂ ਨਹੀਂ ਕਰਾ ਲੈਂਦੇ ਤੁਸੀਂ ਜਾਂਚ ਕਿ ਠੀਕ ਹੈ ਜੀ ਇੰਡੀਪੈਂਡੈਂਟ ਹੋਏ, ਜੋ ਦੋਸ਼ੀ ਹੋਇਆ ਠੀਕ ਹੈ ਉਹਦੇ ਖਿਲਾਫ ਕਾਰਵਾਈ ਹੋ ਜਾਏਗੀ। ਇਸ ਕਰਕੇ ਇਹ ਜਿਹੜਾ ਇੱਕ ਸਵਾਲ ਹੈ ਬਹੁਤ ਵੱਡਾ ਕੁਐਸਚਨ ਹੈ। ਇਹਦੇ ਨਾਲ ਦੀ ਨਾਲ ਜਿਹੜੀ ਜੁੜੀ ਹੋਈ ਗੱਲ ਹੈ ਕਿ ਜਿਹੜੇ ਬਾਕੀ ਦੇ ਸੀਰੀਅਸ ਮੁੱਦੇ ਨੇ ਤੁਹਾਡੇ ਕੋਲ ਅਲਟਰਨੇਟਿਵ ਉਹਨਾਂ ਦਾ ਕੋਈ ਹੈ? ਤੁਸੀਂ ਪੰਜਾਬ ਦੇ ਨੌਜਵਾਨ ਬੱਚਿਆਂ ਲਈ ਕੀ ਕਰ ਰਹੇ ਹੋ? ਹੁਣ ਨੌਜਵਾਨ ਬੱਚਿਆਂ ਦੇ ਲਈ ਤਾਂ ਤੁਸੀਂ ਕਰਨ ਦੀ ਬਜਾਏ ਤੁਸੀਂ ਐਲਾਨ ਕਰ ਰਹੇ ਹੋ ਹਰ ਬੰਦਾ ਆ ਕੇ। ਉਧਰੋਂ ਦਿੱਲੀ ਤੋਂ ਕੇਜਰੀਵਾਲ ਆ ਜਾਂਦਾ, ਕੇਜਰੀਵਾਲ ਦੀ ਗਰੰਟੀ ਹੈ ਜੀ ਤੇ ਇਧਰੋਂ ਸੁਖਬੀਰ ਬਾਦਲ ਦੀ ਗਰੰਟੀ ਹੈ ਜੀ, ਜੋ ਵੀ ਮਰਜ਼ੀ ਕਹੂਗਾ। ਹਜੇ ਕਾਂਗਰਸੀਆਂ ਨੇ ਕਰਨੀ ਸ਼ੁਰੂ ਕਰਨੀ ਹੈ, ਉਹ ਕਹਿੰਦੇ ਅੱਜ ਮੈਨੂੰ ਦੇ ਦਿਓ ਰਾਈਟ, ਸਿੱਧੂ ਕਹਿੰਦਾ ਮੈਂ ਦੇਖਾਂਗਾ, ਦੂਜਾ ਕਹਿੰਦਾ ਉਹਨਾਂ ਦਾ ਅਜੇ ਪਤਾ ਨਹੀਂ ਹੈ। ਤੇ ਬੀਜੇਪੀ ਧੜੇ ਬੰਦਾ ਇਕੱਠੇ ਕਰਕੇ ਇੱਕ ਗੱਠਜੋੜ ਬਣਾ ਕੇ ਉਹ ਕਹਿੰਦੇ ਵੀ ਅਸੀਂ ਉਹ ਪੰਜਾਬ ਸੁਧਾਰਾਂਗੇ ਜਿਹੜਾ ਮਾਮਲਾ। ਮਤਲਬ ਇਹ ਪਾਰਟੀਆਂ ਦੀ ਤੇ ਸ਼ਖਸੀਅਤਾਂ ਦੀ ਲੜਾਈ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ। ਪਹਿਲਾਂ ਕੋਈ ਵੀ ਪਾਰਟੀ ਜਿਹੜੀ ਪਾਰਟੀ ਚਾਹੁੰਦੀ ਹੈ ਕਿ ਮੈਂ ਕਰਨਾ, ਜਿਵੇਂ ਇਵਨ ਕਾਂਗਰਸ ਪਾਰਟੀ ਵੀ ਹੈ ਜਿਹੜੀ ਸੱਤਾ ਚ ਹੈ ਹੁਣ, ਜੇ ਨਵਜੋਤ ਸਿੱਧੂ ਵੀ ਕਹਿ ਰਿਹਾ ਮੇਰੇ ਕੋਲ ਇੱਕ ਏਜੰਡਾ, ਤਾਂ ਜੇ ਉਹ ਪਾਰਟੀ ਦਾ ਏਜੰਡਾ ਨਹੀਂ ਬਣੂਗਾ ਫਿਰ ਤਾਂ ਉਹਦਾ ਕੁਝ ਨਹੀਂ ਹੋਊਗਾ। ਕਿ ਪਾਰਟੀ ਏਜੰਡੇ ਨੂੰ ਪ੍ਰਵਾਨ ਕਰੇਗੀ, ਜਿਹੜਾ ਵੀ ਏਜੰਡਾ ਹੋਏਗਾ। ਪਾਰਟੀ ਫੈਡਰਲਿਜ਼ਮ ਨੂੰ ਪ੍ਰਵਾਨ ਕਰੇਗੀ। ਪਾਰਟੀ ਇੱਕ ਇਸ ਲੈਵਲ ਦੀ ਕੋਈ ਕਮਿਸ਼ਨ ਬਣਾਉਣ ਨੂੰ ਤਰਜੀਹ ਦੇਗੀ ਕਿ ਹਾਂ ਸਾਡੇ ਵਾਲੇ ਬੰਦੇ ਵੀ ਫਸ ਜਾਣ, ਜੇ ਫਸਦੇ ਨੇ ਤਾਂ ਪਾਰਟੀ ਕੋਈ ਇਹੋ ਜਿਹੀਆਂ ਗੱਲਾਂ ਕਰੂਗੀ ਜਿਹੜੀਆਂ ਗੱਲਾਂ ਤੇ ਮਤਲਬ ਇੰਡੀਵਿਜੂਅਲ, ਚਾਹੇ ਕਹਿੰਦੇ ਇੰਡੀਵਿਜੂਅਲ ਦੀ ਹੈਸੀਅਤ ਨਹੀਂ ਨਾ ਹੁੰਦੀ ਵੱਡੀਆਂ ਪਾਰਟੀਆਂ 'ਚ। ਵੱਡੀਆਂ ਪਾਰਟੀਆਂ ਪਾਰਟੀ ਪ੍ਰੋਗਰਾਮ ਦਿੰਦੀ ਹੈ, ਵਿਅਕਤੀ ਨਹੀਂ। ਤੇ ਪਾਰਟੀਆਂ ਦੇ ਹੋਣੇ ਨੇ ਮੈਨੀਫੈਸਟੋ, ਵਿਅਕਤੀਆਂ ਦੇ ਨਹੀਂ। ਕੀ ਉਹ ਪਾਰਟੀਆਂ ਕੋਲ ਕਿਸੇ ਵੀ ਕੋਲ ਇਸ ਲੈਵਲ ਦਾ ਏਜੰਡਾ ਜਾਂ ਕੋਈ ਗੱਲ ਹੈ, ਜਾਂ ਉਹਨੂੰ ਉਹ ਰਿਐਕਟ ਕਰਨ? ਜਿਹੜੇ ਸਵਾਲ ਨੇ, ਚਾਹੇ ਉਹ ਫੈਡਰਲਿਜ਼ਮ ਦੇ ਸਵਾਲ ਨੇ, ਇਹ ਕਿਹੜੀ ਪਾਰਟੀ ਦਾ ਏਜੰਡੇ ਦਾ ਹਿੱਸਾ ਹੈ? ਤੁਸੀਂ ਮੈਨੂੰ ਦੱਸੋ ਕਿ ਜਿਹੜਾ ਫੈਡਰਲਿਜ਼ਮ ਦੀ ਗੱਲ ਵੀ ਕਰਦਾ ਕਿ ਸਾਨੂੰ ਰਾਜ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ। ਤਾਂ ਤੁਹਾਡੀਆਂ ਸਰਕਾਰਾਂ ਰਹੀਆਂ, ਚਾਹੇ ਉਹ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਹੋਵੇ ਚਾਹੇ ਇੱਥੇ ਹੋਵੇ, ਉਹਨੇ 74ਵੀਂ ਤੇ 73ਵੀਂ ਸੰਵਿਧਾਨਕ ਸੋਧ ਮੁਤਾਬਕ ਕਿੰਨੇ ਅਧਿਕਾਰ ਨੀਚੇ ਦਿੱਤੇ ਨੇ? ਇਹ ਤਾਂ ਸੰਵਿਧਾਨ ਤਾਂ ਸਭ ਤੇ ਲਾਗੂ ਹੈ। ਉਹ ਲੋਕਾਂ ਨੂੰ ਇਹ ਦੱਸਣਗੇ ਕਿ ਤੁਸੀਂ ਆਪਣੀ ਆਪਣੀ ਸਟੇਟ ਵੇਲੇ, ਆਪਣੀ ਆਪਣੀ ਸਰਕਾਰ ਵੇਲੇ ਜਿਹੜੇ 29 ਡਿਪਾਰਟਮੈਂਟ, ਉਹਨਾਂ ਦੇ ਕੰਮ, ਉਹਨਾਂ ਦਾ ਬਜਟ ਤੇ ਉਹਨਾਂ ਦਾ ਬਾਕੀ ਦਾ ਕਰਮਚਾਰੀ ਕਿੰਨੇ ਦਿੱਤੇ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ। ਇਸੇ ਤਰ੍ਹਾਂ 18 ਡਿਪਾਰਟਮੈਂਟ ਲੋਕਲ ਬਾਡੀ ਦੇ ਜਾਂ ਤੁਹਾਡੇ ਏਜੰਡੇ ਦਾ ਹੁਣ ਹਿੱਸਾ ਹੈਗੇ ਨੇ ਕਿ ਨਹੀਂ, ਜਾਂ ਪਹਿਲਾਂ ਦਿੱਤੇ ਨੇ ਕਿਉਂ ਨਹੀਂ ਦਿੱਤੇ? ਇਹ ਜਿਹੜੇ ਬੁਨਿਆਦੀ ਢਾਂਚਾਗਤ ਸਵਾਲ ਨੇ ਜਿੱਥੇ ਲੋਕਾਂ ਨੂੰ ਤਾਕਤਵਰ ਬਣਨਾ, ਉਹ ਕਿੱਥੇ ਨੇ? ਤੁਸੀਂ ਹਲਫਨਾਮਾ ਦਿਓਗੇ ਕਿ ਸਾਡਾ ਚੋਣ ਮੈਨੀਫੈਸਟੋ ਕਾਨੂੰਨੀ ਦਸਤਾਵੇਜ਼ ਹੈ, ਜਿੰਨਾ ਚਿਰ ਕਾਨੂੰਨੀ ਦਸਤਾਵੇਜ਼ ਨਹੀਂ ਬਣਦਾ ਉਹਨਾਂ ਚਿਰ ਮੈਂ ਹਲਫੀਆ ਬਿਆਨ ਦਿੰਦਾ ਮੇਰੇ ਖਿਲਾਫ ਕਾਰਵਾਈ ਕਰਿਓ, ਮੇਰੀ ਪਾਰਟੀ ਖਿਲਾਫ ਕਰਿਓ। ਤੁਸੀਂ ਉਹਨਾਂ ਚਿਰ ਹਲਫਨਾਮਾ ਦਿਓਗੇ ਕਿ ਜੇ ਮੈਂ 2 ਸਾਲ ਮੈਨੂੰ ਪਰਖ ਲਓ ਮੇਰੀ ਪਾਰਟੀ ਨੂੰ, ਜਾਂ ਮੈਨੂੰ ਲੋਕ ਮੈਨੂੰ ਵਾਪਸ ਬੁਲਾ ਲੈਣ ਜੇਕਰ ਮੈਂ ਨਹੀਂ ਠੀਕ ਤਰੀਕੇ ਨਾਲ ਕੰਮ ਕਰਦਾ। ਤੁਸੀਂ ਕਿਹੜੀ ਤਬਦੀਲੀ ਕਰਨ ਜਾ ਰਹੇ ਹੋ ਆਪਣੇ ਵਿਵਹਾਰ 'ਚ, ਜਾਂ ਲੋਕਾਂ ਨੂੰ ਤਾਕਤ ਦੇਣ ਦੀ ਕਿਹੜਾ ਤਰੀਕਾ ਕਰਨ ਜਾ ਰਹੇ ਹੋ? ਜੇਕਰ ਕੋਈ ਤਰੀਕਾ ਨਹੀਂ ਕਰਨ ਜਾ ਰਹੇ ਤਾਂ ਤਬਦੀਲੀ ਕਿਵੇਂ ਆ ਜਾਊਗੀ? ਨਾ ਤੁਹਾਡੇ ਸੁਭਾਅ 'ਚ ਤਬਦੀਲੀ ਆਏ, ਨਾ ਤੁਹਾਡੇ ਚਰਿੱਤਰ 'ਚ ਤਬਦੀਲੀ ਆਏ, ਨਾ ਤੁਹਾਡੇ ਏਜੰਡੇ 'ਚ ਤਬਦੀਲੀ ਆਏ, ਤਾਂ ਤਬਦੀਲੀ ਕਾਹਦੇ ਨਾਲ ਆਊਗੀ? ਸ਼ਕਲਾਂ ਨਾਲ ਤਾਂ ਤਬਦੀਲੀ ਨਹੀਂ ਆਉਣੀ ਨਾ। ਸ਼ਕਲਾਂ ਤਾਂ ਇੱਕ ਅਲੱਗ ਪਹਿਲੂ ਹੈ। ਔਰ ਇਸੇ ਕਰਕੇ ਜਿਹੜੇ ਬਾਕੀ ਦੇ ਖੇਡ ਨੇ, ਮੰਨ ਲਓ ਰੇਤੇ ਦੇ ਮਾਫੀਏ ਦੀ ਗੱਲ ਹੋ ਰਹੀ ਹੈ ਕਿ ਰੇਤ ਮਾਫੀਆ ਜੀ, ਚੰਨੀ ਉਹਨੀ ਕਹਿੰਦੇ ਨੇ 5.5 ਰੁਪਏ ਮਿਲੇਗਾ, ਉਹ ਕਹਿੰਦੇ ਨੇ ਜਾ ਕੇ ਦੇਖੋ ਕਿਸੇ ਵੀ ਦੁਕਾਨ ਤੇ, ਜੇ ਮਿਲਦਾ ਤਾਂ ਦੱਸ ਦਿਓ ਜੀ, ਕਿਤੇ ਨਹੀਂ ਮਿਲਦਾ। ਇਹਦਾ ਕੋਈ ਅਲਟਰਨੇਟਿਵ ਦੱਸੋ ਨਾ ਕੀ ਹੈ? ਬਿਲਕੁਲ। ਔਰ ਇਸ ਏਜੰਡੇ 'ਚ ਇੱਕ ਅਲਟਰਨੇਟਿਵ ਸੁਝਾਇਆ ਗਿਆ ਉਹ ਵੀ ਰੇਤਾ ਮੁਫਤ ਕਰ ਦੇਣਾ ਚਾਹੀਦਾ। ਤੇ 20-25-30 ਸਾਲ ਪਹਿਲਾਂ ਪੰਜਾਬ 'ਚ ਮੁਫਤ ਰੇਤਾ ਸੀ, ਸਾਰੇ ਲੋਕ ਘੱਗਰ ਤੇ ਆਲੇ ਦੁਆਲੇ ਪੱਟ ਕੇ ਲੈ ਜਾਂਦੇ ਸੀ ਆਪਣੇ ਜੋਗਾ, ਜਾਂ ਟਰੱਕ ਮੰਗਾਉਂਦੇ ਸੀ, ਇਕੱਲੇ ਕਿਰਾਏ ਦੇ ਪੈਸੇ ਮਿਲਦੇ ਸੀ, ਬਾਕੀ ਦੀ ਲੋੜ ਨਹੀਂ ਹੈ। ਜਦੋਂ ਇਹ ਕਮਰਸ਼ੀਅਲ ਬਣਾਤਾ ਉਦੋਂ ਤੋਂ ਰੇਤ ਮਾਫੀਆ ਪੈਦਾ ਹੋ ਗਿਆ। ਤਾਂ ਹੁਣ ਅਲਟਰਨੇਟਿਵ ਇਹ ਆਉਂਦਾ, ਲੋਕ ਕਹਿਣਗੇ ਫਿਰ ਰੇਤੇ ਤੋਂ ਜਿਹੜਾ ਪੈਸਾ ਆਉਂਦਾ ਤਾਂ ਪੈਸਾ ਕਿੱਥੋਂ ਆਊਗਾ ਜੀ ਖਜ਼ਾਨੇ 'ਚ? ਇਹ ਤਾਂ ਫਿਰ ਮੁਫਤ ਵਰਗੀ ਉਹ ਗੱਲ ਹੈ ਦੂਜੀ, ਜਿਵੇਂ ਬਾਕੀ ਕਹਿ ਰਹੇ ਨੇ। ਨਹੀਂ, ਇਹਦੇ 'ਚ ਇੱਕ ਅਲਟਰਨੇਟਿਵ ਵੀ ਦਿੱਤਾ। ਅਲਟਰਨੇਟਿਵ ਇਹ ਦਿੱਤਾ ਹੈ ਕਿ ਗਵਰਨਮੈਂਟ ਨੇ ਇੱਕ ਲਾਅ ਹੈ ਜਿਹੜਾ ਕੰਸਟਰਕਸ਼ਨ ਵਰਕਰ ਵੈਲਫੇਅਰ ਐਕਟ ਬਣਿਆ ਹੋਇਆ 1996 ਤੋਂ 95 ਤੋਂ ਸਾਡੇ ਦੇਸ਼ ਦੇ ਵਿੱਚ, ਉਹ ਜਿੰਨਾ ਵੀ ਮਟੀਰੀਅਲ ਲੱਗਦਾ ਹੈ 20 ਲੱਖ ਤੋਂ ਉੱਪਰ ਦੀ ਲਾਗਤ ਵਾਲੀ ਕੋਈ ਵੀ ਉਸਾਰੀ ਹੈ, ਚਾਹੇ ਉਹ ਬਿਲਡਿੰਗਾਂ ਨੇ, ਚਾਹੇ ਉਹ ਸੜਕਾਂ ਨੇ, ਚਾਹੇ ਉਹ ਜਿਹੜੀਆਂ ਮਰਜ਼ੀ ਚੀਜ਼ਾਂ ਨੇ, ਉਹਦੇ ਤੇ 1% ਕੰਸਟਰਕਸ਼ਨ ਵਰਕਰ ਵੈਲਫੇਅਰ ਸੈਸ ਲੱਗਦਾ। ਉਹ ਜਦੋਂ ਮਨਜ਼ੂਰੀ ਦੇਣੀ ਹੈ, ਜੇ ਬਿਲਡਿੰਗਾਂ ਦੀ ਮਨਜ਼ੂਰੀ ਆ ਤਾਂ ਮਿਊਨਿਸਪਲ ਕਮੇਟੀਆਂ 'ਚ ਨਕਸ਼ਾ ਵੇਲੇ ਕੱਟਿਆ ਜਾਂਦਾ, ਨਕਸ਼ਾ ਪਾਸ ਕਰਨ ਵੇਲੇ। ਜੇਕਰ ਪ੍ਰੋਜੈਕਟ ਅਪਰੂਵ ਹੋਣਾ ਦੂਜੇ ਤੱਥਾਂ ਤੇ ਉਹ ਪ੍ਰੋਜੈਕਟ ਅਪਰੂਵ ਵੇਲੇ ਕੱਟਿਆ ਜਾਂਦਾ। ਉਹ 1% ਰੇਤੇ ਤੇ ਸੈਸ ਲਾ ਦਿਓ ਬਸ।
ਫੂਲ ਪ੍ਰੂਫ ਹੈ ਤੇ ਉਹਦੇ ਤੇ ਦੇਣਾ ਹੀ ਪਏਗਾ, ਗਵਰਨਮੈਂਟ ਨੂੰ ਆਏਗਾ, ਨਾ ਕੋਈ ਮਾਫੀਆ ਨਾ ਕੋਈ ਹੋਰ ਹੈ। ਔਰ 1% ਨਾਲ 20 ਲੱਖ ਤੋਂ ਹੇਠਾਂ ਵਾਲਾ ਗਰੀਬ ਤੇ ਕੁਝ ਲੱਗੂਗਾ ਨਹੀਂ, ਉਹ ਬਿਲਕੁਲ ਫ੍ਰੀ ਹੈ। ਤੇ 20 ਲੱਖ ਤੋਂ ਉੱਪਰ ਨਾਲ ਹੀ ਜਿੰਨਾ ਇਹਨਾਂ ਨੂੰ ਹੁਣ ਆਉਂਦਾ ਹੈ, ਇਦੋਂ ਜ਼ਿਆਦਾ ਰੈਵਨਿਊ ਇਕੱਠਾ ਹੋਊਗਾ, ਇਦੋਂ ਘੱਟ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬਿਲਕੁਲ। ਤੇ ਮਾਫੀਆ ਬ੍ਰੇਕ ਹੁੰਦਾ ਉਹਦੇ ਨਾਲ। ਇਹ ਜੂਝਦਾ ਪੰਜਾਬ ਨੇ ਇੱਕ ਏਜੰਡੇ ਦੇ ਰੂਪ ਦੇ ਵਿੱਚ ਰੇਤ ਮਾਫੀਏ ਤੇ ਇੱਕ ਗੱਲ ਕੀਤੀ ਹੈ ਕਿ ਆਹ ਚੀਜ਼ਾਂ ਸੰਭਵ ਨੇ, ਪ੍ਰੈਕਟੀਕਲ ਹੈ। ਉਹ ਇੱਕ ਲਾ ਬਣਾ ਕੇ ਇੱਕ ਸੈਸ ਲਾਉਣਾ ਵੀ ਅਸੀਂ ਇਹਦੇ ਮੁਕਾਬਲੇ ਉਹ ਸੈਸ ਹੈ, ਬਸ ਆਪੋ ਆਪਣੇ ਲੈਵਲ ਤੇ ਜਿਵੇਂ ਵਸੂਲਿਆ ਜਾ ਰਿਹਾ, ਉਹਦੇ ਕੋਲ ਪਿਆ ਪੈਸੇ, ਇਸੇ ਕਰਕੇ ਉਹ ਪੈਸੇ ਬਚੇ ਪਏ ਨੇ ਜਿਹੜੇ ਉਸਾਰੀ ਵੈਲਫੇਅਰ ਵਾਲੇ ਨੇ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਇਹ ਕਿਤੇ ਹੋਰ ਨਹੀਂ ਲੱਗ ਸਕਦੇ। 22,000 ਕਰੋੜ ਰੁਪਈਆ ਦੇਸ਼ ਦੇ ਖਾਤੇ 'ਚ ਪਿਆ ਹੋਇਆ ਉਹਦਾ, ਉਹ ਸੈਸ ਦਾ, ਜਿਹੜਾ ਨਾ ਮਜ਼ਦੂਰਾਂ ਨੂੰ ਦੇ ਰਹੇ ਨੇ ਨਾ ਕਿਸੇ ਨੂੰ ਕੱਟਿਆ ਜਾ ਰਿਹਾ, ਉਹ ਲਗਾਤਾਰ ਡੇਲੀ। ਇਹੋ ਜਿਹਾ ਕੋਈ ਨਾ ਕੋਈ ਮਤਲਬ ਕੋਈ ਜੈਨੂਅਨ ਅਲਟਰਨੇਟਿਵ ਹੋਰ ਵੀ ਕਿਸੇ ਦੇ ਦਿਮਾਗ 'ਚ ਆ ਸਕਦਾ ਕਿ ਨਹੀਂ ਇਹਦੀ ਬਜਾਏ ਆਹ ਹੋਣਾ ਚਾਹੀਦਾ, ਇਹਦੀ ਬਜਾਏ ਆਹ। ਡਿਬੇਟ ਉਸ ਗੱਲ ਤੇ ਤਾਂ ਹੋਵੇ ਨਾ ਕਿ ਹੋਰ ਬਦਲ ਫਿਰ ਕੀ ਹੋ ਸਕਦਾ ਸੌਖਾ, ਉਹਦੇ ਮੁਕਾਬਲੇ ਕੀ ਕੀਤੀਆਂ ਜਾ ਸਕਦੀਆਂ ਨੇ ਜਿਹੜੀਆਂ ਚੀਜ਼ਾਂ ਹੋਣ ਉਸ ਪੱਧਰ ਦੇ ਉੱਤੇ। ਇਸੇ ਤਰ੍ਹਾਂ ਭਾਸ਼ਾ ਦਾ ਸਵਾਲ ਹੈ, ਪੰਜਾਬੀ ਭਾਸ਼ਾ ਦਾ ਕੁਐਸਚਨ ਹੈ, ਤੇ ਇਹਨੂੰ ਐਡਰੈਸ ਤੁਸੀਂ ਕਿਵੇਂ ਕਰਦੇ ਹੋ? ਜੇ ਤੁਸੀਂ ਇਹਨੂੰ ਨਹੀਂ ਕਰਦੇ ਤਾਂ ਫਿਰ ਪੰਜਾਬੀ ਪ੍ਰਾਈਡ ਦਾ, ਪੰਜਾਬ ਦੀਆਂ ਜਿਹੜੀਆਂ ਅਦਾਲਤਾਂ ਨੇ, ਜਿਹੜੀਆਂ ਕਾਨੂੰਨ ਬਣ ਚੁੱਕੇ ਹੈ, ਜੇ ਡਿਸਟ੍ਰਿਕਟ ਕੋਰਟ ਤੱਕ ਦਾ ਕੰਮ ਪੰਜਾਬੀ 'ਚ ਨਹੀਂ ਹੁੰਦਾ ਤਾਂ ਪੰਜਾਬੀ ਦੇ ਬੱਚਿਆਂ ਨੂੰ ਰੁਜ਼ਗਾਰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਕਿਵੇਂ ਮਿਲ ਜੂਗਾ, ਕਿਵੇਂ ਸੰਭਵ ਹੈ? ਬਿਲਕੁਲ। ਜੇ ਤੁਸੀਂ ਇਸ ਨੂੰ ਲਾਗੂ ਨਹੀਂ ਕਰਦੇ। ਇਸੇ ਤਰ੍ਹਾਂ ਇਹ ਅੱਜ ਮਨਰੇਗਾ ਵਰਗਾ ਇੱਕ ਬੜਾ ਕਾਨੂੰਨ ਹੈ ਪੰਜਾਬ 'ਚ, ਜਿਹੜਾ ਕੇਂਦਰ ਤੋਂ ਪੈਸਾ ਆਉਣਾ ਹੈ, ਉਹ ਵੀ ਤੁਹਾਡੇ ਏਜੰਡੇ ਦਾ ਹਿੱਸਾ ਕਿਉਂ ਨਹੀਂ ਹੈ? ਇੰਨਾ ਰੁਜ਼ਗਾਰ ਪੈਦਾ ਹੋਣਾ ਤੇ 20,58,000 ਕਾਰਡ ਤਾਂ ਸਰੀਰਕ ਕੰਮ ਕਰਨ ਵਾਲਿਆਂ ਦੇ ਨੇ, 70-75,000 ਦੂਜੇ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਉਹਦੇ 'ਚ। ਕਿਸੇ ਵੀ ਪਾਰਟੀ ਦੇ ਲੀਡਰ ਦਾ ਸਪੀਚ ਕਦੇ ਸੁਣੀ ਹੋਵੇ, ਭਾਸ਼ਣ ਸੁਣਿਆ ਹੋਵੇ, ਜਾਂ ਮੈਨੀਫੈਸਟੋ 'ਚ ਕੋਈ ਦਰਜ ਕੀਤਾ ਹੋਵੇ, ਕਿਉਂਕਿ ਉਹਦੇ ਜਿਹਨ ਦਾ ਹਿੱਸਾ ਨਹੀਂ ਹੈ, ਬਿਲਕੁਲ। ਉਹਦੀ ਸੋਚ ਪ੍ਰਣਾਲੀ ਦਾ ਹਿੱਸਾ ਨਹੀਂ ਹੈ ਗਰੀਬ ਆਦਮੀ, ਕਿ ਉਹ ਕਿਵੇਂ ਰੋਜੀ ਰੋਟੀ ਖਾਂਦਾ, ਕਿਵੇਂ ਇਹ ਉਹਨੂੰ ਕਿਵੇਂ ਕਹਿੰਦੇ ਨੇ, ਉਹਨੂੰ ਹੱਕ ਨਹੀਂ ਦਿੰਦੇ, ਉਹਨੂੰ 100 ਦਿਨ ਦਾ ਰੁਜ਼ਗਾਰ ਨਹੀਂ ਦੇਣਗੇ, ਉਹਨੂੰ ਕਹਿੰਦੇ ਤੈਨੂੰ 1000 ਰੁਪਇਆ ਦੇ ਦਾਂਗੇ, ਤੈਨੂੰ 2000 ਵੀ, ਤੂੰ ਮੈਨੂੰ ਇੱਕ ਵਾਰ ਵੋਟ ਪਾ ਦੇ, ਮੁੜ ਕੇ ਉਹ 1000 ਵੀ ਬੰਦ ਕਰ ਦਾਂਗੇ। ਜਿਹੜਾ ਕਾਨੂੰਨ ਬਣਿਆ ਹੋਇਆ ਹੈ, ਜਿਹੜਾ 100 ਦਿਨ ਦੀ ਗਰੰਟੀ ਸੰਵਿਧਾਨ ਨੇ ਦਿੱਤੀ ਹੋਈ ਹੈ, ਜਦੋਂ ਤੁਸੀਂ ਉਹ ਗਰੰਟੀ ਨਹੀਂ ਲਾਗੂ ਕਰ ਰਹੇ ਤਾਂ ਕੀ ਗਰੰਟੀ ਹੈ ਤੁਸੀਂ 1000 ਰੁਪਇਆ ਦਿੰਦੇ ਰਹੋਗੇ? ਕੀ ਗਰੰਟੀ ਹੈ ਤੁਸੀਂ 2000 ਰੁਪਇਆ ਦਿੰਦੇ ਰਹੋਗੇ? ਫਿਰ ਇਹ ਉਲਟ ਹੈ, ਤੁਸੀਂ ਪੰਜਾਬ ਨੂੰ ਬਸਦਾ ਦੇਖਣਾ ਹੀ ਨਹੀਂ ਚਾਹੁੰਦੇ। ਤੁਸੀਂ ਕਹਿੰਦੇ ਹੋ ਵੀ ਬਾਹਰ ਜਾਓ, ਧੱਕ ਦੋ ਬੰਦਿਆਂ ਨੂੰ, ਮੈਂ 20 ਲੱਖ ਬਿਨਾਂ ਵਿਆਜ ਦੇ ਦੂੰਗਾ, ਮੈਂ ਆਈਲੈਟਸ ਸਰਕਾਰੀ ਸਕੂਲਾਂ 'ਚ ਖੋਲ ਦੂੰਗਾ, ਮੈਂ ਵਿਦੇਸ਼ ਦੇ ਵਿੱਚ ਇਹ ਕਰ ਦੂੰਗਾ, ਉਹ ਕਰ ਦੂੰਗਾ। ਕੀ ਕਰੋਗੇ? ਇਹਦਾ ਅਲਟਰਨੇਟਿਵ ਕੀ ਹੈ? ਇਹੀ NRI ਜਿਹਦਾ ਸਭ ਪੈਸੇ ਇਕੱਠੇ ਕਰਨਾ, NRI ਤੋਂ ਜਾਂਦੇ ਨੇ ਇੱਧਰ ਉੱਧਰ, ਹੋਰ ਕੁਝ ਨਹੀਂ ਕਰਦੇ। ਤੁਸੀਂ ਕਿਉਂ ਨਹੀਂ ਇਹ ਕਹਿੰਦੇ ਕਿ ਜੀ ਜਿਹੜੀ ਪੇਸ਼ੀ ਹੈ ਘੱਟੋ ਘੱਟ NRI ਦੀ, ਸਿਵਲ ਤੇ ਕ੍ਰਿਮੀਨਲ ਕਿਸੇ ਵੀ ਮਾਮਲੇ ਦੇ ਵਿੱਚ, ਉਹਨੂੰ ਤੁਸੀਂ ਆਨਲਾਈਨ ਵੀਡੀਓਗ੍ਰਾਫੀ ਪ੍ਰਵਾਨ ਕਰ ਲਓ, ਤੇ ਉੱਥੇ ਬੈਠਾ ਬੰਦਾ ਪੇਸ਼ੀ ਤੇ ਉਹ ਡਰਦਾ ਕਿਉਂ ਹੈ? ਇੱਧਰ ਆ ਜਾਂਦਾ ਤੇ ਇੱਧਰ ਥਾਣੇ ਵੀ, ਕਚਹਿਰੀਆਂ ਵੀ, ਸਾਰੇ ਉਹ ਕਹਿੰਦੇ ਪੈਸੇ ਵਾਲਾ ਬੰਦਾ ਆ ਗਿਆ, ਇਹਨੂੰ ਚੂੰਡ ਲਓ। ਤੁਸੀਂ ਉਹਦੀ ਪੇਸ਼ੀ ਅਲਾਓ ਕਰ ਦਿਓ, ਲਾਅ 'ਚ ਇੱਕ ਅਮੈਂਡਮੈਂਟ ਕਰਨੀ ਹੈ ਨਾ। ਤੁਸੀਂ ਕਹੋ ਵੀ ਜਿੱਥੇ ਵੀ ਬੈਠ ਕੇ, ਅੱਜ ਕੱਲ ਆਪਣੇ ਅਦਾਲਤਾਂ ਵੀ ਕਰਦੀਆਂ ਨੇ, ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚੋਂ ਵੀ ਕਈ ਬੰਦਿਆਂ ਦੀਆਂ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਪੈਂਦੀ ਹੈ। ਹੁਣ ਤਾਂ ਅਦਾਲਤਾਂ ਕਰੋਨਾ 'ਚ ਚੱਲਦੀਆਂ ਹੀ ਆਨਲਾਈਨ ਰਹੀਆਂ ਨੇ, ਸਾਡੇ ਡਾਇਰੈਕਟ ਆਏ ਨਹੀਂ ਕੋਈ ਬਾਕੀ ਦੇ ਬੰਦੇ। ਤਾਂ ਉਸ ਪੈਟਰਨ ਤੇ ਜਿਹੜਾ ਬੰਦਾ ਐਡੀ ਦੂਰ ਬੈਠਾ ਹੈ, ਐਕਸ ਪਾਰਟੀ ਡਿਸੀਜਨ ਕਰਨ ਦੀ ਬਜਾਏ ਕਿ ਉਹ ਆਊਗਾ ਤਾਂ ਆਏ, ਤਾਂ ਕਿਉਂ ਨਹੀਂ ਉਹ ਇਹ ਕਰ ਦਿੰਦੇ ਕਿ ਉਹ ਸਾਹਮਣੇ ਬੈਠੂਗਾ, ਉੱਥੋਂ ਉਦੋਂ ਜੋ ਸਵਾਲ ਜਵਾਬ ਕਰਨੇ ਨੇ ਤੇ ਉਹਨੂੰ ਮਾਨਤਾ ਦੇ ਦਿਓ ਕਿ ਹਾਂ ਅਪੀਅਰੈਂਸ ਹੈ। ਇਹ ਮਾਨਤਾ ਤਾਂ ਇੱਕ ਕਿੰਨੇ ਲੋਕਾਂ ਦਾ ਮਾਮਲਾ ਸੁਲਝ ਜੂ, ਇਹ ਤਾਂ ਕੋਈ ਪੈਸਾ ਨਹੀਂ ਲੱਗਦਾ, ਇਹ ਤਾਂ ਕੋਈ ਗੱਲ ਨਹੀਂ ਹੁੰਦੀ, ਸਿਰਦਰਦੀ ਕਿੰਨੇ ਲੋਕਾਂ ਦੀ ਖਤਮ ਹੁੰਦੀ ਹੈ। ਕੋਈ ਸਿਸਟਮ ਤਾਂ ਅਲਟਰਨੇਟਿਵ ਕਰੋ ਨਾ। ਇਸੇ ਕਰਕੇ ਇਹ ਏਜੰਡਾ ਇੱਕ 30-32 ਪੁਆਇੰਟਾਂ ਦਾ, ਕਿ ਏਜੰਡੇ ਤੇ ਗੱਲ ਕਰੋ, ਔਰ ਜਿਹਦੇ ਤੇ ਲੋਕਾਂ ਨੂੰ ਫਾਇਦਾ ਹੋ ਸਕੇ, ਔਰ ਜਿਹਦੇ ਤੇ ਤੁਹਾਨੂੰ ਫਾਇਦਾ ਨਾ ਪੋਲੀਟੀਸ਼ੀਅਨ ਨੂੰ ਹੋਵੇ, ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇ, ਪੰਜਾਬ ਇੱਕ ਠੀਕ ਪਾਸੇ ਵੱਲ ਚੱਲੇ। ਇਸੇ ਤਰ੍ਹਾਂ ਖੇਤੀਬਾੜੀ ਦੇ ਏਜੰਡੇ ਦਾ ਸਵਾਲ ਹੈ। ਉਸ ਦਿਨ ਬਲਵਿੰਦਰ ਸਿੰਘ ਸਿੱਧੂ ਉਹਨਾਂ ਨੇ ਕਿਹਾ ਸੀਗਾ ਕਿ ਸਾਡਾ 72,000 ਰੁਪਏ ਲਗਭਗ ਖਰਚ ਆਉਂਦਾ ਏਕੜ ਵਾਈਜ਼, ਜਿਹੜਾ ਬਿਜਲੀ ਦੀ ਸਬਸਿਡੀ ਜਾਂ ਬਾਕੀ ਦੀਆਂ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ, ਉਹ 72,000 ਰੁਪਏ ਕੈਸ਼ ਨਾਲ ਅਸੀਂ 4 ਸਾਲਾਂ 'ਚ ਪੰਜਾਬ ਦਾ ਐਗਰੀਕਲਚਰ ਦਾ ਢਾਂਚਾ ਬਦਲ ਸਕਦੇ ਹਾਂ, ਜੇ ਉਹ ਠੀਕ ਪੋਲੀਟੀਕਲ ਵਿਲ ਹੋਵੇ ਕਿਸੇ ਠੀਕ ਤਰੀਕੇ ਦੇ ਨਾਲ। ਹੁਣ ਇਹ ਤੇ ਡਿਬੇਟ ਕਿਉਂ ਨਹੀਂ ਹੋ ਰਹੀ? ਡਿਬੇਟ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਪੋਲੀਟੀਸ਼ੀਅਨ ਕਹਿੰਦਾ ਵੀ ਉਹਦੇ ਕੋਲ ਨਾ ਤਾਂ ਕੋਈ ਅਲਟਰਨੇਟਿਵ ਹੈ। ਜੇ ਅਲਟਰਨੇਟਿਵ ਦੇਣਾ ਚਾਹੁੰਦਾ, ਉਹ ਸਟੈਂਡ ਨਹੀਂ ਲੈਣਾ ਚਾਹੁੰਦਾ ਵੀ ਕਿਤੇ ਲੋਕ ਇੱਧਰ ਨਾ ਹੋ ਜਾਏ, ਐ ਵੋਟ ਨਾਲ ਫਰਕ ਪੈ ਜੇ, ਆਹ ਵੋਟ ਨਾਲ ਫਰਕ ਪੈ ਜੇ। ਤੁਸੀਂ ਖੇਤੀ ਬਚਾਉਣੀ ਹੈ, ਪੰਜਾਬ ਦੇ ਖੇਤੀ ਦਾ ਮਾਡਲ ਨਵਾਂ ਬਣਾਉਣਾ ਹੈ, ਤੇ ਕੀ ਬਣਾਉਣਾ ਹੈ, ਪੈਸਾ ਕਿੱਥੋਂ ਆਊਗਾ, ਕਿੱਥੇ, ਇਹ ਵੀ ਤਾਂ ਦੱਸਣਾ ਪਏਗਾ।
ਬਿਲਕੁਲ ਇੱਥੇ ਜਿਹੜੇ ਬਾਹਰ ਆਏ ਨੇ ਉਹਦੇ ਚਾਹੇ ਦਵਿੰਦਰ ਸ਼ਰਮਾ ਚਾਹੇ ਬਲਵਿੰਦਰ ਸਿੱਧੂ, ਉਹ ਇੱਕ ਅਲਟਰਨੇਟਿਵ ਖੇਤੀ ਦਾ ਇੱਕ ਸਿਸਟਮ ਵੀ ਉਹ ਕਹਿ ਰਹੇ ਨੇ ਇਹਨਾਂ ਤਰੀਕਿਆਂ ਦੇ ਨਾਲ ਅਸੀਂ ਬਦਲ ਸਕਦੇ ਹਾਂ। ਬਦਲ ਸਕਦੇ ਬਿਲਕੁਲ। ਤੇ ਉਹ ਕਿਉਂ ਨਹੀਂ ਫਿਰ ਡਿਸਕਸ ਹੋ ਰਿਹਾ ਸਾਡੀ ਸਿਆਸਤ ਦੇ ਵਿੱਚ ਜਾਂ ਸਾਡੀ ਬਾਕੀ ਤਰੀਕੇ ਦੇ ਵਿੱਚ। ਇਸੇ ਤਰ੍ਹਾਂ ਸਪੋਰਟਸ ਦੇ ਮਾਮਲੇ 'ਚ ਉਹ ਮੁੰਡਾ ਆਇਆ ਜਿਹੜਾ ਜੱਸਾ ਪੱਟੀ, ਰੁਸਤਮੇ ਹਿੰਦ ਹੈ, ਉਹਨੇ ਇਹੋ ਜਿਹੇ ਸ਼ਾਨਦਾਰ 4-5 ਪੁਆਇੰਟ ਜਿਹੜੇ ਰੱਖੇ ਨੇ ਵੀ ਅਸੀਂ ਕੀ ਕਰ ਸਕਦੇ ਹਾਂ ਸਪੋਰਟਸ 'ਚ। ਗਵਰਨਮੈਂਟ ਹੋਰ ਕੱਖ ਕਰ ਨਹੀਂ ਰਹੀ ਸਾਰੀਆਂ ਚੀਜ਼ਾਂ, ਤੇ ਸਪੋਰਟਸ ਤਾਂ ਸਾਡੇ ਹਿੱਸੇ 'ਚ ਹੀ ਨਹੀਂ ਹੁੰਦਾ ਕਦੇ ਵੀ ਅਸੀਂ ਕਰਨਾ ਕੀ ਹੈ ਨਹੀਂ ਕਰਨਾ, ਨਾ ਉਹਦਾ ਬਜਟ ਨਾ ਕੁਝ ਹੋਰ ਚੀਜ਼ਾਂ ਕਦੇ ਵੀ ਕਰਦੇ। ਔਰ ਉਹਦੇ ਨਾਲ ਇੱਕ ਜੋੜ ਕੇ ਚੀਜ਼ਾਂ ਨੇ, ਮੰਨ ਲਓ ਜਿਹੜੇ ਪੀਟੀਡੀਪੀ ਨੇ ਸਕੂਲਾਂ ਦੇ, ਜੇ ਉਹਨਾਂ ਨੂੰ ਸਪੋਰਟਸ ਡਿਪਾਰਟਮੈਂਟ ਨਾਲ ਜੋੜ ਦਿੱਤਾ ਜਾਏ ਤਾਂ ਇੱਕ ਬੜਾ ਵੱਡਾ ਸਾਡੇ ਕੋਲ ਜਿਹੜਾ ਕੋਚਾਂ ਦਾ ਤੇ ਇੱਕ ਨੈਟਵਰਕ ਪੈਦਾ ਹੁੰਦਾ। ਪਿੰਡ ਲੈਵਲ ਤੋਂ ਗਰਾਊਂਡ ਲੈਵਲ ਤੋਂ ਕਿਵੇਂ ਪਲੇਅਰ ਤਿਆਰ ਕਰਨੇ ਨੇ, ਉਹ ਜਿਹੜੇ ਪਲੇਅਰ ਸਾਰੇ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਵਿੱਚ ਨਾਲ ਕੋਆਰਡੀਨੇਸ਼ਨ ਕਰਕੇ ਪੀਟੀਡੀਪੀ ਵੀ ਉਹਨਾਂ ਇੰਟਰਨੈਸ਼ਨਲ ਪਲੇਅਰਾਂ ਤੋਂ ਗਾਈਡੈਂਸ ਲੈਣਗੇ ਤੇ ਬਾਕੀ ਦੀਆਂ ਚੀਜ਼ਾਂ ਕਰਨਗੇ, ਤੇ ਨਾਲ ਹੇਠੋਂ ਬੱਚਿਆਂ ਨੂੰ ਵੀ ਉਤਸ਼ਾਹਿਤ ਕਰ ਸਕਦੇ। ਇਹ ਤੇ ਕੋਈ ਪੈਸਾ ਨਹੀਂ ਲੱਗਦਾ, ਕੋਈ ਗੱਲ ਨਹੀਂ ਹੁੰਦੀ ਹੈ, ਕੇਵਲ ਢਾਂਚੇ ਦਾ ਮੈਕੈਨਿਜ਼ਮ ਬਦਲਣਾ ਥੋੜਾ ਜਿਹਾ ਕਿ ਤੁਸੀਂ ਕੀ ਕਰਨਾ, ਕਿਵੇਂ ਕੋਆਰਡੀਨੇਟ ਕਰਾਉਣਾ, ਕਿਵੇਂ ਸਾਰੀਆਂ ਚੀਜ਼ਾਂ ਨੂੰ ਉਹ ਕਰਨਾ। ਫਿਰ ਉਹਨੇ ਦੱਸਿਆ ਸਟੀਰੋਇਡ ਲੈ ਕੇ ਸਾਡੇ ਬੱਚੇ ਕਿਵੇਂ ਬਰਬਾਦ ਹੋ ਜਾਂਦੇ ਨੇ ਜਿਹੜੇ ਅਗਰੈਸਿਵ ਨੇ, ਤੇ ਗੈਂਗਸਟਰ ਵੀ ਬਹੁਤੇ ਪਲੇਅਰਾਂ ਚੋਂ ਬਣੇ ਨੇ ਕਿਉਂਕਿ ਉਹ ਫਿਰ ਅਗਰੈਸਿਵ ਐਡਾ ਹੋ ਜਾਂਦਾ ਉਦੋਂ ਬਾਅਦ ਕਿ ਉਹਦਾ ਮਨ ਜਿਹੜਾ ਉਹ ਬੈਲੈਂਸ ਨਹੀਂ ਰਹਿੰਦਾ। ਉਹ ਕਿਵੇਂ ਕਿਉਂ ਲੈਣੇ ਜ਼ਰੂਰੀ ਨਹੀਂ ਹੈ, ਉਹਨਾਂ ਨੂੰ ਕਾਉਂਸਲਿੰਗ ਕਰਨੀ ਹੈ, ਕਿਵੇਂ ਤਰੀਕਾ ਹੋਵੇ, ਕਿਵੇਂ ਫਿਰ ਜੇ ਤੁਸੀਂ ਲੈ ਵੀ ਲਿਆ ਤੇ ਉਹਨੂੰ ਮੈਨੇਜ ਕਿਵੇਂ ਕਰਨਾ, ਕੀ ਤਰੀਕਾ ਕਰਨਾ, ਉਹਦੇ ਲਈ ਕਈ ਚੀਜ਼ਾਂ ਨੇ, ਕਈ ਸੁਝਾਅ ਨੇ ਜਿਹੜੇ ਤੁਸੀਂ ਬੜੇ ਬਿਨਾਂ ਪੈਸਿਆਂ ਤੋਂ ਕੇਵਲ ਕਾਉਂਸਲਿੰਗ ਪ੍ਰੋਸੈਸ ਰਾਹੀਂ ਕਰ ਸਕਦੇ ਹੋ। ਮਤਲਬ ਉਹ ਸੁਝਾਅ ਆਪੋ ਆਪਣੇ ਫੀਲਡ ਦੇ ਐਕਸਪਰਟ ਬੰਦਿਆਂ ਦੇ ਨੇ ਜਿਨ੍ਹਾਂ ਨੇ ਉਹਦੇ ਵਿੱਚ ਰਹਿ ਕੇ ਇਹ ਚੀਜ਼ਾਂ ਕੀਤੀਆਂ ਹੋਈਆਂ ਨੇ। ਤੇ ਸਰਕਾਰ ਨੇ ਕਦੇ ਉਹਨਾਂ ਬੰਦਿਆਂ ਨਾਲ ਗੱਲ ਕਿਉਂ ਨਹੀਂ ਕੀਤੀ, ਮਤਲਬ ਜਿਹੜੇ ਬੰਦੇ ਇਹ ਕਰਦੇ ਨੇ ਤੇ ਜਿਹੜੇ ਜੈਨੂਅਨਲੀ ਬੰਦੇ ਲੱਗੇ ਹੋਏ ਨੇ ਆਪੋ ਆਪਣੇ ਫੀਲਡ 'ਚ ਔਰ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ, ਤੇ ਉਹ 1.5 ਕਰੋੜ ਲਾ ਕੇ ਆਪਣੇ ਏਰੀਏ 'ਚ ਆਪ ਪਰਸਨਲੀ ਬਿਨਾਂ ਇੱਕ ਵੀ ਪੈਸੇ ਤੋਂ 40 ਬੱਚਿਆਂ ਨੂੰ ਮਤਲਬ ਟ੍ਰੇਨਿੰਗ ਦੇ ਰਿਹਾ ਰੈਸਲਿੰਗ ਦੀ, ਤੇ ਬਾਕੀ ਉਹਨੂੰ ਜੌਬ ਤੱਕ ਪਹੁੰਚਾਉਣ ਦੀ ਗਾਰੰਟੀ ਕਰਕੇ ਲਗਾਤਾਰ 5 ਸਾਲਾਂ ਤੋਂ ਪ੍ਰੋਸੈਸ ਚੱਲ ਰਿਹਾ। ਬਿਲਕੁਲ ਸਾਰੇ ਬੰਦੇ ਉਹ ਜਿਹੜੇ ਮਤਲਬ ਸਾਡਾ ਏਜੰਡਾ ਜਿਹੜਾ ਫਿਊਚਰ ਦਾ ਇਲੈਕਸ਼ਨ ਦਾ ਹੋਣਾ ਚਾਹੀਦਾ ਉਹ ਕੋਈ ਸੋਲਿਡ ਕੋਈ ਠੀਕ ਤਰੀਕੇ ਦਾ ਹੋਣਾ ਚਾਹੀਦਾ। ਜੇ ਪੰਜਾਬ ਦੇ ਲੋਕ ਵੀ, ਜਿਵੇਂ ਪੰਜਾਬ ਹੁਣ ਕਿਸਾਨ ਅੰਦੋਲਨ ਨੇ ਇੱਕ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਆ, ਲੋਕ ਸਵਾਲ ਕਰ ਰਹੇ ਨੇ, ਇਹ ਏਜੰਡੇ ਦਾ ਮਤਲਬ ਇਹ ਹੈ ਕਿ ਇਹ ਏਜੰਡਾ ਲੋਕਾਂ 'ਚ ਹੱਥਾਂ 'ਚ ਜਾਊਗਾ, ਉਹਨੂੰ ਇਹ ਪਤਾ ਲੱਗ ਜੂ ਮੈਂ ਆਹ ਸਵਾਲ ਕਰਾਂ, ਬਿਲਕੁਲ ਇਹ ਉਹਨਾਂ ਲਈ ਇਹ ਫਾਇਦਾ ਦੇ ਦੂਗਾ ਕਿ ਜਿਹੜਾ ਬੰਦਾ ਖੇਤੀ ਵਾਲਾ ਉਹਦੇ ਕੋਲ ਖੇਤੀ ਦੇ ਸਵਾਲ ਆ ਜਾਣਗੇ, ਜਿਹੜਾ ਬੰਦਾ ਸਪੋਰਟਸ ਵਾਲਾ ਉਹਦੇ ਕੋਲ ਸਪੋਰਟਸ ਦੇ ਸਵਾਲ ਆ ਜਾਣਗੇ, ਜਿਹੜਾ NRI ਆ ਉਹਦੇ ਕੋਲ NRI ਦੇ ਸਵਾਲ ਆ ਜਾਣਗੇ, ਜਿਹੜਾ ਐਜੂਕੇਸ਼ਨ ਵਾਲਾ ਹੈਲਥ ਵਾਲਾ, ਇਹ ਇੱਕ ਇਸ ਲੈਵਲ ਦੀ ਕੋਸ਼ਿਸ਼ ਹੈ ਕਿ ਉਹਨਾਂ ਸਾਰੇ ਲੋਕਾਂ ਕੋਲ ਵੀ ਉਹ ਦਸਤਾਵੇਜ਼ ਜਾਵੇ, ਸਵਾਲ ਆ ਜਾਣ, ਉਹ ਸਵਾਲ ਹਰ ਪੋਲੀਟੀਸ਼ੀਅਨ ਨੂੰ ਕੀਤੇ ਜਾਣ ਕਿ ਤੇਰੇ ਕੋਲ ਇਹਨਾਂ ਦਾ ਅਲਟਰਨੇਟਿਵ ਕੀ ਹੈ, ਕੀ ਤੁਸੀਂ ਆ ਜਿਵੇਂ ਕਿਹਾ ਗਿਆ ਐ ਕਿਉਂ ਨਹੀਂ ਕਰ ਸਕਦੇ। ਡਿਬੇਟ ਇੱਧਰ ਚੇਂਜ ਹੋ ਜਾਏ ਜੇਕਰ, ਤਾਂ ਮੈਨੂੰ ਲੱਗਦਾ ਪੰਜਾਬ ਦਾ ਭਵਿੱਖ ਫੇਰ ਹੀ ਬਦਲਣਾ ਜੇਕਰ ਬਹਿਸ ਦਾ ਡਿਸਕੋਰਸ ਬਦਲੂਗਾ, ਇਹਦਾ ਵਰਤਾਂਤ ਬਦਲੂਗਾ, ਇਹਦੇ 'ਚ ਲੋਕ ਵੀ ਸਿਆਣੇ ਹੋਣਗੇ, 'ਚ ਲੀਡਰ ਵੀ ਸਿਆਣੇ ਹੋਣਗੇ। ਫਿਰ ਲੀਡਰਾਂ ਨੂੰ ਤੁਹਮਤਬਾਜ਼ੀ ਦੀ ਬਜਾਏ ਆ ਕੇ ਪੜ੍ਹਨਾ ਲਿਖਣਾ ਪਊਗਾ, ਜਵਾਬ ਦੇਣਾ ਪਊਗਾ, ਕਿਸੇ ਤੋਂ ਪੁੱਛ ਕੇ ਆਉਣਾ ਪਊਗਾ, ਨਹੀਂ ਤਾਂ ਫਿਰ ਜਿਹੋ ਜਿਹਾ ਮਾਹੌਲ ਉਹ ਚੱਲਦਾ ਚੋਣਾਂ 'ਚ ਥੋੜਾ ਜਿਹਾ ਸਮਾਂ ਰਹਿ ਗਿਆ, ਇੱਕ ਵਾਰ ਫੇਰ 5 ਸਾਲ ਐਵੇਂ ਲੰਘ ਜਾਣੇ ਨੇ ਜਿਵੇਂ ਵੀ ਚੱਲ ਰਿਹਾ ਕੰਮ। ਬਿਲਕੁਲ ਬਿਲਕੁਲ, ਸ਼ੁਕਰੀਆ ਹਮੀਰ ਸਿੰਘ ਜੀ, ਧੰਨਵਾਦ ਤੁਹਾਡਾ ਜੀ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਗੱਲ ਹੈ ਕਿ ਮੁੱਦਿਆਂ ਦੀ ਸਿਆਸਤ ਬਜਾਏ ਇਸ ਦੇ ਕਿ ਤੁਸੀਂ ਪੜ੍ਹੋ ਪੜ੍ਹਾਈ ਵੱਲ ਚੱਲ ਪੋ, ਕਦੇ ਕਿਸੇ ਨੂੰ ਜੇਲ੍ਹ 'ਚ ਡੱਕ ਦੇਣਾ, ਕਦੇ ਕਿਸੇ ਨੂੰ ਟੰਗ ਦੇਣਾ, ਤੁਸੀਂ ਮੁੱਦਿਆਂ ਦੇ ਉੱਤੇ ਆਓਗੇ ਤਾਂ ਲੋਕ ਵੀ ਸਮਝਣਗੇ ਤੁਹਾਨੂੰ, ਲੋਕ ਵੀ ਤੁਹਾਨੂੰ ਚੁਣਨਗੇ, ਤੇ ਲੋਕਾਂ ਨੂੰ ਵੀ ਇਹਨਾਂ ਨੂੰ ਮੁੱਦਿਆਂ ਉੱਤੇ ਲਿਆਉਣਾ ਚਾਹੀਦਾ। ਲੋਕ ਇਹਨਾਂ ਨੂੰ ਸਵਾਲ ਪੁੱਛਣ, ਜਿਹੜੇ ਮੁੱਦੇ ਹਮੀਰ ਸਿੰਘ ਜੀ ਨੇ ਚੁੱਕੇ ਜਾਂ ਜੂਝ ਦਾ ਪੰਜਾਬ ਮੰਚ ਚੁੱਕਦਾ ਜਾਂ ਹੋਰ ਜਿੰਨੇ ਇੰਟੈਲੈਕਚੁਅਲ ਚੁੱਕਦੇ ਨੇ, ਉਹਨਾਂ ਨੂੰ ਸੁਣੋ, ਸਮਝੋ ਤੇ ਆਪਣੇ ਲੀਡਰਾਂ ਤੋਂ ਜਵਾਬ ਮੰਗੋ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।